Hello everyone, welcome to this beautiful platform of education electric English। ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ PSPCL ਕਲਰਕ ਦਾ ਐਗਜ਼ਾਮ ਸ਼ੁਰੂ ਹੋ ਰਿਹਾ ਹੈ 8 ਨਵੰਬਰ ਤੋਂ, ਜਿਹਦੀ ਪ੍ਰੈਪਰੇਸ਼ਨ ਲਈ ਹੁਣ ਆਪਣੇ ਕੋਲ ਬਹੁਤ ਜ਼ਿਆਦਾ ਟਾਈਮ ਤਾਂ ਨਹੀਂ ਰਿਹਾ, ਬਟ ਆਪਾਂ ਰਿਵੀਜ਼ਨ ਬਹੁਤ ਵਧੀਆ ਕਰ ਸਕਦੇ ਹਾਂ। ਤਾਂ ਤੁਹਾਡੀ ਮੈਥਸ ਰਿਵੀਜ਼ਨ ਲਈ ਅਸੀਂ ਇੱਕ ਨਵੀਂ ਸੀਰੀਜ਼ ਲੈ ਕੇ ਆ ਰਹੇ ਹਾਂ। ਇਸ ਨਵੀਂ ਸੀਰੀਜ਼ 'ਚ ਆਪਾਂ PSTCL ਕਲਰਕ ਦਾ ਐਗਜ਼ਾਮ ਜੋ ਕਿ ਅਗਸਤ 2021 'ਚ ਹੋਇਆ ਸੀ ਉਹਦੇ ਸਾਰੇ ਕੁਐਸਚਨ ਸੋਲਵ ਕਰਾਂਗੇ। ਇਹ ਜਿਹੜਾ ਪੇਪਰ ਸੀ ਕੰਡਕਟ ਕਰਿਆ ਸੀ TCS ਨੇ, ਹੁਣ ਵਾਲਾ ਪੇਪਰ ਵੀ TCS ਹੀ ਕੰਡਕਟ ਕਰ ਰਹੀ ਹੈ, ਤਾਂ ਚਾਂਸਸ ਕੀ ਨੇ ਕਿ ਕੁਝ ਕੁਐਸਚਨ ਰਿਪੀਟ ਹੋ ਸਕਦੇ ਨੇ। ਤਾਂ ਇਹ ਵੀਡੀਓਜ਼ ਤੁਹਾਡੇ ਲਈ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਹੋਣ ਵਾਲੀਆਂ ਨੇ। ਮੈਂ ਗਾਰੰਟੀ ਨਾਲ ਕਹਿ ਸਕਦਾ ਕਿ ਇਹਨਾਂ ਵੀਡੀਓਜ਼ ਨੂੰ ਦੇਖਣ ਨਾਲ ਤੁਹਾਡੇ 4 ਜਾਂ 5 ਮਾਰਕਸ ਇਨਕਰੀਜ਼ ਹੋ ਜਾਣਗੇ। ਜਿਹੜੇ ਸਟੂਡੈਂਟਸ ਪਿਛਲੇ 1-2 ਸਾਲ ਤੋਂ ਤਿਆਰੀ ਕਰ ਰਹੇ ਨੇ, ਜਿਨ੍ਹਾਂ ਨੇ ਕੁਝ ਐਗਜ਼ਾਮ ਵੀ ਦਿੱਤੇ ਨੇ, ਉਹਨਾਂ ਨੂੰ ਪਤਾ ਹੈ ਕਿ ਇਹਨਾਂ ਐਕਸਟਰਾ 4-5 ਮਾਰਕਸ ਦੀ ਵੈਲਿਊ ਕੀ ਹੈ। ਇਹ 4-5 ਮਾਰਕਸ ਤੁਹਾਡੀ ਲਾਈਫ ਚੇਂਜ ਕਰ ਸਕਦੇ ਨੇ, ਇਹੀ 4-5 ਮਾਰਕਸ ਤੁਹਾਨੂੰ ਜੋਬ ਦਵਾ ਸਕਦੇ ਨੇ। ਤਾਂ ਤੁਸੀਂ ਇਹਨਾਂ ਵੀਡੀਓਜ਼ ਨੂੰ ਪਲੀਜ਼ ਬਹੁਤ ਧਿਆਨ ਨਾਲ ਦੇਖਿਓ, ਪ੍ਰੋਪਰ ਇਹਨਾਂ ਦੇ ਨੋਟਸ ਬਣਾਇਓ, ਪ੍ਰੋਪਰ ਇਹਨਾਂ ਨੂੰ ਰਿਵਾਈਜ਼ ਕਰਿਓ, ਇਹ ਤੁਹਾਡੇ ਲਈ ਬਹੁਤ ਬੈਨੀਫੀਸ਼ੀਅਲ ਹੋਣਗੀਆਂ। ਇਸ ਨਵੀਂ ਸੀਰੀਜ਼ 'ਚ ਆਪਾਂ ਵੀਡੀਓਜ਼ ਬਣਾਵਾਂਗੇ ਇਹਨਾਂ ਕੁਐਸਚਨਸ ਦੀ। ਹਰ ਵੀਡੀਓ 'ਚ ਕੁਝ 15 ਕੁਐਸਚਨ ਕਵਰ ਕਰਾਂਗੇ। ਕੁਐਸਚਨ ਮੈਂ ਸੋਚਿਆ ਸੀ ਕਿ ਪਹਿਲਾਂ ਹਰ ਵੀਡੀਓ 'ਚ 25 ਕੀਤੇ ਜਾਣ, ਬਟ ਟਾਈਮ ਕਾਫੀ ਜ਼ਿਆਦਾ ਹੋ ਜਾਂਦਾ ਉਸ 'ਚ, ਤਾਂ ਇੰਨੀ ਵੀਡੀਓ ਦੇਖਣੀ ਥੋੜੀ ਮੁਸ਼ਕਿਲ ਹੋ ਜਾਂਦੀ ਹੈ, ਬੋਰਿੰਗ ਵੀ ਹੋ ਜਾਂਦੀ ਹੈ ਤੁਹਾਡੇ ਲਈ ਵੀ, ਮੇਰੇ ਲਈ ਵੀ। ਤਾਂ ਮੈਂ ਕੀ ਡਿਸਾਈਡ ਕਰਿਆ ਕਿ ਹਰ ਵੀਡੀਓ 'ਚ ਮੈਂ ਕੁਐਸਚਨ ਕਵਰ ਕਰੂੰਗਾ 15। ਤਾਂ ਸਟਾਰਟ ਕਰਦੇ ਹਾਂ ਆਪਣੀ ਵੀਡੀਓ। ਇਹ ਜਿਹੜਾ ਪੇਪਰ ਹੋਇਆ ਸੀ 3 ਅਗਸਤ 2021 ਨੂੰ ਹੋਇਆ ਸੀਗਾ। ਟੈਸਟ ਦਾ ਟਾਈਮ ਸੀ ਸਵੇਰੇ 8:30 ਤੋਂ 10:30। ਕੁਐਸਚਨ ਨੰਬਰ 1, HCF of two numbers is 17 and their LCM is 35 times their HCF। ਹੁਣ ਆਪਾਂ ਨੂੰ ਕੀ ਗਿਵਨ ਹੈ ਜੀ? HCF ਗਿਵਨ ਹੈ 17, LCM ਗਿਵਨ ਹੈ 35 ਗੁਣਾ ਜ਼ਿਆਦਾ ਜਿੰਨਾ ਵੀ HCF ਹੋਊਗਾ, ਤੇ LCM ਹੋ ਜਾਊਗਾ 35 into 17। if one of the number is, ਦੋ ਨੰਬਰ ਨੇ, one of the number is 119, find the second number। ਆਪਾਂ ਨੇ ਫਾਈਂਡ ਕਰਨੀ ਹੈ B ਦੀ ਵੈਲਿਊ ਕੀ ਹੋਊਗੀ। ਆਪਣੇ ਕੋਲ ਇੱਕ ਫਾਰਮੂਲਾ ਹੁੰਦਾ ਜੀ, HCF into LCM is equal to product of both the numbers। product मतलब दोनों ਦੀ multiply। HCF है अपने कोल 17, LCM है 35 into 17 is equal to नंबर A ਦੀ ਵੈਲਿਊ ਹੈ 119 into B। B ਦੀ ਵੈਲਿਊ ਆਪਾਂ ਫਾਈਂਡ ਕਰਨੀ ਹੈ। ਇੱਥੋਂ ਦੀ ਆਪਾਂ ਈਜ਼ੀਲੀ B ਦੀ ਵੈਲਿਊ ਫਾਈਂਡ ਕਰ ਸਕਦੇ ਹਾਂ। 17 into 35 into 17 divided by 119। ਇਹ ਨੰਬਰ ਕੈਂਸਲ ਕਰੂਗਾ ਜੀ 7 ਨਾਲ, 35 7 ਨਾਲ ਕੈਂਸਲ ਹੋਊਗਾ 5 ਤੇ। ਇਹਨੂੰ ਜਦੋਂ ਸੋਲਵ ਕਰੋਗੇ ਤੁਹਾਡੇ ਕੋਲ ਵੈਲਿਊ ਆ ਜਾਊਗੀ 85। ਤਾਂ B ਦੀ ਵੈਲਿਊ ਆ ਗਈ 85। ਆਪਾਂ ਨੇ ਆਨਸਰ ਡਾਇਰੈਕਟਲੀ ਨਹੀਂ ਦੇਣਾ, ਆਪਾਂ ਨੇ ਰੇਂਜ ਫਾਈਂਡ ਕਰਨੀ ਹੈ। ਤਾਂ ਰੇਂਜ ਆ ਜਾਊਗੀ ਆਪਣੇ ਕੋਲ 80 to 90। ਆਪਸ਼ਨ 3 ਹੋ ਜਾਊਗਾ ਜੀ ਆਪਣਾ ਆਨਸਰ। ਆਈ ਹੋਪ ਸਭ ਨੂੰ ਸਮਝ ਆਇਆ ਹੋਊਗਾ। ਸਿੰਪਲ ਜਿਹਾ ਕੁਐਸਚਨ ਸੀਗਾ। ਇੱਕ ਫਾਰਮੂਲਾ ਜੇ ਤੁਹਾਨੂੰ ਯਾਦ ਹੈ ਤਾਂ ਕੁਐਸਚਨ 'ਚ ਇਹ ਕੁਝ ਵੀ ਨਹੀਂ ਹੈਗਾ। HCF into LCM is equal to product of both the numbers। ਜਦੋਂ ਇਹਨੂੰ ਸੋਲਵ ਕਰੋਗੇ ਤੁਹਾਡੇ ਕੋਲ B ਦੀ ਵੈਲਿਊ ਆ ਜਾਊਗੀ 85, ਆਨਸਰ ਹੋ ਜਾਊਗਾ ਆਪਣਾ। Diameter of rectangular park is 164 meter and its diagonal is 58 meter long। ਆਪਾਂ ਨੂੰ ਕੀ ਗਿਵਨ ਹੈ? ਇੱਕ ਰੈਕਟੈਂਗੂਲਰ ਪਾਰਕ ਗਿਵਨ ਹੈ। ਇਹਦੀ ਮੈਂ ਲੈਂਥ ਅਸਿਊਮ ਕਰ ਲਈ A, ਬ੍ਰੈਡਥ ਅਸਿਊਮ ਕਰ ਲਈ B। ਇਹ ਹਾਈਪੋਟੇਨਸ ਹੋ ਜਾਊਗਾ ਜੀ ਇਹਦਾ ਡਾਇਗਨਲ ਦੀ ਵੈਲਿਊ ਗਿਵਨ ਹੈ 58। The area of rectangular park is, ਆਪਾਂ ਨੇ ਏਰੀਆ ਫਾਈਂਡ ਕਰਨਾ ਹੈ। ਏਰੀਆ ਹੁੰਦਾ ਆਪਣੇ ਕੋਲ A into B। ਆਪਾਂ ਨੇ ਫਾਈਂਡ ਕਰਨੀ ਹੈ ਵੈਲਿਊ ਏਰੀਆ ਦੀ। ਹੁਣ ਸਭ ਤੋਂ ਪਹਿਲਾਂ ਦੇਖਦੇ ਹਾਂ ਆਪਣੇ ਕੋਲ ਕੀ ਗਿਵਨ ਹੈ। ਆਪਾਂ ਨੂੰ ਪੈਰੀਮੀਟਰ ਗਿਵਨ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਕਿ ਪੈਰੀਮੀਟਰ ਹੁੰਦਾ ਆਪਣੇ ਕੋਲ 2A plus B। ਇਹਦੀ ਵੈਲਿਊ ਗਿਵਨ ਹੈ 164। ਇੱਥੋਂ ਦੀ ਆਪਣੇ ਕੋਲ A plus B ਦੀ ਵੈਲਿਊ ਆ ਜਾਊਗੀ 164 divided by 2। ਇਹਨੂੰ ਸੋਲਵ ਕਰਨ ਤੋਂ ਬਾਅਦ ਤੁਹਾਡੇ ਕੋਲ ਆਊਗਾ 82। ਇਸ ਤੋਂ ਬਾਅਦ ਆਪਣੇ ਕੋਲ ਜਿਹੜੀ ਦੂਸਰੀ ਵੈਲਿਊ ਗਿਵਨ ਹੈ ਉਹ ਵੈਲਿਊ ਗਿਵਨ ਹੈ ਡਾਇਗਨਲ ਦੀ। ਡਾਇਗਨਲ ਆਪਾਂ ਕਿਵੇਂ ਫਾਈਂਡ ਕਰ ਸਕਦੇ ਹਾਂ? ਹਾਂਜੀ ਬਿਲਕੁਲ ਸਹੀ, ਪਾਈਥਾਗੋਰਸ ਥਿਓਰਮ ਨਾਲ। ਤੁਹਾਨੂੰ ਸਾਰਿਆਂ ਨੇ ਛੋਟੇ ਹੁੰਦੇ ਕਲਾਸ 'ਚ ਥਿਓਰਮ ਪੜ੍ਹੀ ਹੋਊਗੀ ਪਾਈਥਾਗੋਰਸ ਦੀ। H square is equal to P square plus B square। 58 square is equal to A square plus B square। 58 ਦਾ ਸਕੇਅਰ ਫਾਈਂਡ ਕਰਾਂਗੇ ਜੀ, ਆਪਣੇ ਕੋਲ ਆ ਜਾਊਗਾ 3300। 8 square 64। 3364 is equal to A square plus B square। आई होप ਤੁਹਾਨੂੰ ਸਾਰਿਆਂ ਨੂੰ ਸਕੇਅਰ ਫਾਈਂਡ ਕਰਨ ਦੀ ਟ੍ਰਿਕ ਆਉਂਦੀ ਹੋਊਗੀ। ਜੇ ਨਹੀਂ ਵੀ ਆਉਂਦੀ ਟੈਨਸ਼ਨ ਵਾਲੀ ਕੋਈ ਗੱਲ ਨਹੀਂ, ਤੁਸੀਂ ਕਮੈਂਟ ਬਾਕਸ 'ਚ ਮੈਂਸ਼ਨ ਕਰ ਦਿਓ।
ਆਪਾਂ ਸਕੇਅਰ फाइंड करने की ट्रिक तुहानूं सिखा देंगे। हुण अपने कोल की वैल्यूज़ आ गई, ए स्केयर प्लस बी स्केयर की वैल्यू आ गई, ए प्लस बी की वैल्यू भी हैगी, आपां वैल्यू फाइंड करनी है ए बी की। तुहानूं सारिਆਂ ने छोटे होंदे एक फॉर्मूला भी पढ़िया होगा, ए प्लस बी स्केयर इज इक्वल टू ए स्केयर प्लस बी स्केयर प्लस 2ab। हुण आपां यही ए बी की वैल्यू फाइंड करनी है, ईजिली आपां इस फॉर्मूले च पुट करके ए बी की वैल्यू फाइंड कर सकते हैं। ए प्लस बी की वैल्यू अपने कोल है 82, स्टार्टिंग च आपां ने कड्ढी सी ए प्लस बी की वैल्यू 82। 82 स्केयर इज इक्वल टू ए स्केयर प्लस बी स्केयर। ए स्केयर प्लस बी स्केयर की वैल्यू है 3364 प्लस 2ab। 82 का स्केयर फाइंड करते हैं जी, 82 माइनस 18 64 324 6724 इज इक्वल टू 3364 प्लस 2ab। इतों की अपने को 2ab की वैल्यू आ जाएगी 674 चों आप माइनस करांगे 3364, 4 चो 4 गए 0, 12 चो 6 गए 6, 66 माइनस 33 अपने को आ जाऊगा जी 33। इसमें आप सोल्व करते हैं 3360 डिवाइडेड बाय 2 1680। जो तुसी इस वैल्यू में सोल्व करोगे आंसर आ जाएगा जी 1680। आई होप सबनों समझ आया होगा, जो समझ नहीं आया प्लीज़ तुसी इस वीडियो में दोबारा देखो, तुहानूं ईजिली समझ आ जाएगा। बहुत ईजी जो क्वेश्चन सीगा। इस तो बाद मूव करते हैं आप क्वेश्चन नंबर 3 पे। अपने को 3 वैल्यूज़ ने ए बी सी, अपन इन्हों का HCF फाइंड करना। HCF की फुल फॉर्म होंगी है जी हाईएस्ट कॉमन फैक्टर। जिवें कि तुहानूं नाम तो ही पता लग रहा, सब तो पहले आप देखेंगे कि कॉमन की है, फिर कॉमन च देखेंगे हाईएस्ट डिग्री की है। ये सारे फैक्टर अपन ऑलरेडी गिवन ने। हुण सब तो पहले देखो कि कॉमन की है। ए च अपना 3 आ रहा, बी च भी 3 आ रहा, सी च भी 3 आ रहा, बट आप देखना कि मैक्सिमम कॉमन पावर कितनी है। मैक्सिमम कॉमन पावर है जी 3 स्केयर। चेक करो 5 आ रहा, 5 अपना ए च अवेलेबल है, बी च अवेलेबल है, बट सी च अवेलेबल नहीं है। मतलब 5 इन्होंने सारे का कॉमन फैक्टर नहीं है, तो 5 नहीं आऊगा। चेक करते हैं 7, 7 क्यूब, 7 रेज़ टू पावर 4, 7 रेज़ टू पावर 2, 7 सारे च आ रहा है, तो हाईएस्ट कॉमन फैक्टर च भी अपना 7 आ जाऊगा 7। हुण आपां चेक करेंगे कि 7 की मैक्सिमम पावर कितनी कॉमन है। 7 की जी मैक्सिमम पावर कॉमन है वो है 7 स्केयर। इन्हों जो सोल्व करेंगे अपने को आंसर आ जाएगा 3 स्केयर इज इक्वल टू 9, 7 स्केयर इज इक्वल टू 49, 49 इंटू 9 करेंगे अपने को आंसर आ जाएगा 441। आंसर हो जाएगा ऑप्शन 3 441। आई होप सबको समझ आ गया होगा, ईजी जो क्वेश्चन सी। इस तो बाद करते हैं जो क्वेश्चन नंबर 4। ए मैन स्पेंड्स 40% ऑफ मंथली इनकम ऑन ग्रोसरीज। आप एज्यूम कर लेने कि बंदे की जी टोटल इनकम है वो है 100x, 40x चला गया ग्रोसरीज, 12% ऑफ द रिमेनिंग अमाउंट ऑन एजुकेशन। 40x जी ग्रोसरीज चला गया तो जो रिमेनिंग अमाउंट होगा वो होगा 60x। हुण बचे हुए का 12% चला गया एजुकेशन, 60 का जो 12% होगा वो होगा 7.2x। 7.2x चला गया अपना एजुकेशन तो इस तो बाद बचा हुआ जो अमाउंट होगा वो होगा 52.8x। 60x टू 7.2x माइनस करेंगे अपने को आऊगा 52.8x। ये हो गया अपना अगला रिमेनिंग। 25% ऑफ द रिमेनिंग अमाउंट ऑन अदर एक्सपेंडिचर। हुण अपने 25% फाइंड करना है इस नंबर का। 25% की जी फ्रैक्शन वैल्यू होंगी है 1/4। चाहे आप किसी नंबर का 25% फाइंड करिए, चाहे आप किसी नंबर को 1/4 ना मल्टीप्लाई करिए, तो रिजल्ट अपना सेम ही आऊगा। तो 52.8 का 1/4 फाइंड करेंगे, 52 को 4 डिवाइड करेंगे अपने को आऊगा 13, 0.8 को 2 डिवाइड करेंगे अपने को आऊगा 13.2x। 52.8 चों 13.2x चले गए, तब बचा हुआ अमाउंट कितना होगा। 52 चो 13 माइनस करेंगे 39, 0.8 चो 0.2 माइनस करेंगे 39.6x। एक ये हो जाएगी अपनी सेविंग।
ਟੋਟਲ ਸੀਗੀ 100x 39.6x ਆਪਾਂ ਨੇ ਸੇਵ ਕਰ ਲਿਆ ਤੇ ਹੀ ਆਪਣਾ ਆਨਸਰ ਹੋ ਜਾਊਗਾ 39.6%, ਆਪਸ਼ਨ ਨੰਬਰ 4। ਆਈ ਹੋਪ ਸਭ ਨੂੰ ਸਮਝ ਆਇਆ ਹੋਊਗਾ। ਨਹੀਂ ਸਮਝ ਆਇਆ ਤਾਂ ਪਲੀਜ਼ ਵੀਡੀਓ ਨੂੰ ਦੁਬਾਰਾ ਦੇਖੋ, ਈਜ਼ੀਲੀ ਸਮਝ ਆ ਜਾਊਗਾ। ਕੁਐਸਚਨ ਨੰਬਰ 5, ਦ ਰੇਸ਼ੋ ਆਫ x ਐਂਡ y 5 years ago। ਆਪਣੇ ਕੋਲ ਰੇਸ਼ੋ ਗਿਵਨ ਹੈ x ਤੇ y ਦੀ, ਬਟ ਜਿਹੜੀ ਇਹ ਰੇਸ਼ੋ ਗਿਵਨ ਹੈ 5 ਸਾਲ ਪਹਿਲਾਂ ਦੀ ਹੈ, ਮਤਲਬ -5। ਇਹ ਰੇਸ਼ੋ ਆਪਣੇ ਕੋਲ ਗਿਵਨ ਹੈ 8 divided by 5। ਆਫਟਰ 5 years from now ਇੱਥੇ ਕੁਝ ਪ੍ਰੈਜ਼ੈਂਟ ਏਜ ਆਈ ਹੋਊਗੀ, ਉਸ ਤੋਂ 5 ਸਾਲ ਬਾਅਦ ਮਤਲਬ +5। ਇਸ ਟਾਈਮ ਦੀ ਰੇਸ਼ੋ ਆਪਾਂ ਨੂੰ ਗਿਵਨ ਹੈ 10:7। ਦ ਸਮ ਆਫ देयर ਪ੍ਰੈਜ਼ੈਂਟ ਏਜਸ ਇਜ਼। ਆਪਾਂ ਨੇ ਉਹਨਾਂ ਦੀ ਪ੍ਰੈਜ਼ੈਂਟ ਏਜਸ ਦਾ ਸਮ ਫਾਈਂਡ ਕਰਨਾ ਹੈ, ਦੋਨਾਂ ਦਾ ਟੋਟਲ ਫਾਈਂਡ ਕਰਨਾ ਹੈ। ਬਹੁਤ ਈਜ਼ੀ ਜਿਹਾ ਕੁਐਸਚਨ ਹੈ। ਆਪਾਂ ਇੱਥੇ ਲਿਖ ਲਾਂਗੇ 8x, ਇੱਥੇ ਲਿਖ ਲਾਂਗੇ 5x। ਹੁਣ ਇੱਕ ਏਜ ਆਪਾਂ ਨੂੰ ਗਿਵਨ ਹੈ 5 ਸਾਲ ਪਹਿਲਾਂ ਦੀ। ਅਸਿਊਮ ਕਰ ਲਓ ਕਿ ਹੁਣ ਆਪਣੇ ਕੋਲ ਚੱਲ ਰਿਹਾ 2020। ਇੱਕ ਏਜ ਗਿਵਨ ਹੈ 5 ਸਾਲ ਪਹਿਲਾਂ ਦੀ, ਮਤਲਬ ਕਦੋਂ ਦੀ ਗਿਵਨ ਹੋਊਗੀ 2015 ਦੀ। ਇੱਕ ਏਜ ਗਿਵਨ ਹੈ 5 ਸਾਲ ਬਾਅਦ ਦੀ, ਮਤਲਬ ਕਦੋਂ ਦੀ ਗਿਵਨ ਹੈ 2025 ਦੀ। ਹੁਣ 2015 ਤੋਂ 2025 ਤੱਕ ਜਾਣ 'ਚ ਕਿੰਨੇ ਸਾਲ ਲੱਗ ਗਏ? 10 ਸਾਲ ਲੱਗ ਗਏ। ਆਪਾਂ ਲਿਖ ਦਾਂਗੇ +10 +10। ਇਹਨਾਂ ਦੋਨੋਂ ਨੂੰ ਆਪਾਂ ਇਕੁਅਲ ਕਰ ਦਾਂਗੇ। ਪਹਿਲਾਂ ਆਪਣੇ ਕੋਲ ਇਹ ਰੇਸ਼ੋ ਸੀਗੀ, ਦੋਨਾਂ 'ਚ ਆਪਾਂ ਜਦੋਂ 10-10 ਐਡ ਕਰਾਂਗੇ ਆਪਣੇ ਕੋਲ ਰੇਸ਼ੋ ਬਣ ਗਈ 10:7। ਹੁਣ ਆਪਾਂ ਇਹਦੀ ਸਿੰਪਲ ਕ੍ਰੋਸ ਮਲਟੀਪਲਾਈ ਕਰਕੇ x ਦੀ ਵੈਲਿਊ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ। 7 ਨੂੰ 8 ਨਾਲ ਮਲਟੀਪਲਾਈ ਕਰਾਂਗੇ 56x, 7 ਨੂੰ 10 ਨਾਲ ਮਲਟੀਪਲਾਈ ਕਰਾਂਗੇ 70 ਇਜ਼ ਇਕੁਅਲ ਟੂ 10 ਨੂੰ 5x ਨਾਲ ਮਲਟੀਪਲਾਈ ਕਰਾਂਗੇ 50x, 10 ਨੂੰ 10 ਨਾਲ ਮਲਟੀਪਲਾਈ ਕਰਾਂਗੇ +100। ਇਹ 50x ਇੱਧਰ ਆ ਕੇ ਮਾਈਨਸ ਹੋ ਜਾਊਗਾ। 56 ਚੋਂ 50 ਮਾਈਨਸ ਕਰਾਂਗੇ ਆਪਣੇ ਕੋਲ ਆਊਗਾ 6x। 100 ਚੋਂ 70 ਮਾਈਨਸ ਕਰਾਂਗੇ ਆਪਣੇ ਕੋਲ ਆ ਜਾਊਗਾ ਜੀ 30। ਇਹਨੂੰ ਜਦੋਂ ਸੋਲਵ ਕਰੋਗੇ ਤੁਹਾਡੇ ਕੋਲ x ਦੀ ਵੈਲਿਊ ਆ ਜਾਊਗੀ 50। ਹੁਣ x ਦੀ ਵੈਲਿਊ 5, ਆਪਣੇ ਕੋਲ x ਦੀ ਵੈਲਿਊ ਆ ਗਈ 5, ਤਾਂ 8x ਦੀ ਵੈਲਿਊ ਹੋ ਜਾਊਗੀ 40। ਇਸ 5x ਦੀ ਵੈਲਿਊ ਹੋ ਜਾਊਗੀ 25। ਬਟ ਜਿਹੜੀ ਇਹ ਏਜ ਗਿਵਨ ਹੈ 2015 ਦੀ ਗਿਵਨ ਹੈ, ਆਪਾਂ ਨੇ ਪ੍ਰੈਜ਼ੈਂਟ ਏਜਸ ਦਾ ਸਮ ਫਾਈਂਡ ਕਰਨਾ। ਕੋਈ ਬੰਦਾ 2015 ਚ 40 ਸਾਲ ਦਾ ਸੀਗਾ ਤਾਂ 2020 ਚ ਕਿੰਨੇ ਸਾਲ ਦਾ ਹੋਊਗਾ? 45 ਸਾਲ ਦਾ। ਸਿਮਿਲਰਲੀ ਇੱਕ ਬੰਦਾ 2015 ਚ 25 ਸਾਲ ਦਾ ਸੀ ਤਾਂ ਅੱਜ ਇਹ ਹੋਊਗਾ 2020 ਚ 30 ਸਾਲ ਦਾ। ਤਾਂ ਜਿਹੜਾ ਦੋਨਾਂ ਦਾ ਪ੍ਰੈਜ਼ੈਂਟ ਸਮ ਆ ਜਾਊਗਾ 75 ਇਅਰਸ। ਸਿੰਪਲ ਦਾ ਰੇਸ਼ੋ ਦਾ ਕੁਐਸਚਨ ਸੀਗਾ। ਆਈ ਹੋਪ ਸਭ ਨੂੰ ਸਮਝ ਆ ਗਿਆ ਹੋਊਗਾ। ਨਹੀਂ ਸਮਝ ਆਇਆ ਪਲੀਜ਼ ਵੀਡੀਓ ਨੂੰ ਦੁਬਾਰਾ ਦੇਖੋ, ਤੁਹਾਨੂੰ ਈਜ਼ੀਲੀ ਸਮਝ ਆ ਜਾਊਗਾ। ਇਹੋ ਜਿਹੇ ਕੁਐਸਚਨ ਨੂੰ ਸੋਲਵ ਕਰਨ ਦਾ ਇੱਕ ਸ਼ਾਰਟਕਟ ਮੈਥਡ ਵੀ ਹੁੰਦਾ, ਉਹ ਵੀ ਸਮਝ ਲਓ। ਹੁਣ ਆਪਣੇ ਕੋਲ ਪਹਿਲੀ ਰੇਸ਼ੋ ਗਿਵਨ ਸੀ 8 divided by 5। ਦੂਸਰੀ ਰੇਸ਼ੋ ਗਿਵਨ ਹੈ 10 divided by 7। ਪਹਿਲਾ ਸਟੈਪ ਕੀ ਹੈ? ਆਪਾਂ ਨੇ ਨਿਊਮੀਨੇਟਰ ਤੇ ਡਿਨੋਮੀਨੇਟਰ ਦਾ ਡਿਫਰੈਂਸ ਚੈੱਕ ਕਰਨਾ। ਇੱਥੇ ਡਿਫਰੈਂਸ ਕਿੰਨਾ ਆ ਗਿਆ? 3। ਇੱਥੇ ਵੀ ਆਪਣਾ ਡਿਫਰੈਂਸ ਆ ਜਾਊਗਾ 3। ਜਦੋਂ ਵੀ ਇਹ ਦੋਨੋਂ ਵੈਲਿਊਜ਼ ਦਾ ਡਿਫਰੈਂਸ ਸੇਮ ਹੋਊਗਾ ਆਪਾਂ ਆਪਣਾ ਸ਼ਾਰਟਕਟ ਯੂਜ਼ ਕਰ ਸਕਦੇ ਹਾਂ। ਜੇ ਡਿਫਰੈਂਸ ਸੇਮ ਨਹੀਂ ਹੈ, ਪਹਿਲਾਂ ਆਪਾਂ ਡਿਫਰੈਂਸ ਸੇਮ ਕਰਾਂਗੇ, ਫਿਰ ਉਸ ਤੋਂ ਬਾਅਦ ਸ਼ਾਰਟਕਟ ਯੂਜ਼ ਕਰਾਂਗੇ। ਮੈਂ ਕਿਸੇ ਅਗਲੀ ਵੀਡੀਓ 'ਚ ਸਮਝਾ ਦੂੰਗਾ ਤੁਹਾਨੂੰ ਕਿ ਡਿਫਰੈਂਸ ਸੇਮ ਕਿਵੇਂ ਕਰਨਾ ਹੁੰਦਾ। ਹੁਣ ਆਪਣੇ ਕੋਲ ਹੈਗੇ 8 ਪਾਰਟਸ, 5 ਪਾਰਟਸ, 10 ਪਾਰਟਸ, 7 ਪਾਰਟਸ। 8 ਪਾਰਟਸ ਤੋਂ ਲੈ ਕੇ 10 ਪਾਰਟਸ ਤੱਕ ਪਹੁੰਚ ਗਏ। ਕਿੰਨੇ ਪਾਰਟਸ ਦਾ ਇਨਕਰੀਜ਼ ਹੋਇਆ? 2 ਪਾਰਟਸ ਦਾ। ਇਹ 2 ਪਾਰਟਸ ਦਾ ਇਨਕਰੀਜ਼ ਕਿਉਂ ਹੋਇਆ? ਕਿਉਂਕਿ ਦੋਨਾਂ 'ਚ 10 ਐਡ ਹੋ ਗਏ। ਇੱਥੋਂ ਦੀ ਆਪਣੇ ਕੋਲ 1 ਪਾਰਟ ਦੀ ਵੈਲਿਊ ਆ ਜਾਊਗੀ 5। ਹੁਣ ਇਹਨਾਂ ਦੋਨਾਂ ਦਾ ਜੇ ਮੈਂ ਟੋਟਲ ਫਾਈਂਡ ਕਰਨਾ ਹੈ, ਟੋਟਲ ਕਿੰਨਾ ਹੋਊਗਾ? 13 ਪਾਰਟਸ। 13 ਪਾਰਟਸ ਦੀ ਵੈਲਿਊ ਆ ਜਾਊਗੀ ਆਪਣੇ ਕੋਲ 65। ਮਤਲਬ 5 ਸਾਲ ਪਹਿਲਾਂ ਜਿਹੜਾ ਦੋਨਾਂ ਦਾ ਟੋਟਲ ਸੀ ਉਹ 65 ਸੀਗਾ। 5 ਸਾਲ ਬਾਅਦ ਕੀ ਹੋਇਆ ਹੋਊਗਾ? ਪਹਿਲਾ ਬੰਦਾ ਵੀ 5 ਸਾਲ ਵੱਧ ਗਿਆ, ਦੂਸਰਾ ਬੰਦਾ ਵੀ 5 ਸਾਲ ਵੱਧ ਗਿਆ। ਮਤਲਬ ਜਿਹੜਾ ਦੋਨਾਂ ਦਾ ਟੋਟਲ 'ਚ ਇਨਕਰੀਜ਼ ਹੋਊਗਾ ਉਹ 10 ਸਾਲ ਦਾ ਹੋਊਗਾ। ਦੋਨਾਂ ਦਾ ਆਪਾਂ ਸਮ ਕਰਾਂਗੇ, ਆਪਣੇ ਕੋਲ ਆਨਸਰ ਆ ਜਾਊਗਾ 75। ਇੱਕ ਵਾਰ ਦੁਬਾਰਾ ਸਮਝੋ ਕੀ ਕਰਨਾ ਹੁੰਦਾ ਆਪਾਂ ਨੇ ਇਹਦੇ 'ਚ। ਸਭ ਤੋਂ ਪਹਿਲਾਂ ਆਪਾਂ ਪਹਿਲੀ ਇਕੁਏਸ਼ਨ ਦਾ ਨਿਊਮੀਨੇਟਰ ਤੇ ਡਿਨੋਮੀਨੇਟਰ ਦਾ ਡਿਫਰੈਂਸ ਚੈੱਕ ਕਰਾਂਗੇ। ਆਪਣੇ ਕੋਲ ਡਿਫਰੈਂਸ ਆ ਗਿਆ 3। ਸੇਮ ਆਪਾਂ ਚੈੱਕ ਕਰਾਂਗੇ ਦੂਸਰੇ ਨਿਊਮੀਨੇਟਰ ਤੇ ਡਿਨੋਮੀਨੇਟਰ ਦਾ ਡਿਫਰੈਂਸ। ਇੱਥੇ ਵੀ ਡਿਫਰੈਂਸ 3 ਆ ਜਾਊਗਾ। ਹੁਣ ਇੱਥੇ ਆਪਣੇ ਕੋਲ 8 ਪਾਰਟਸ ਤੋਂ 10 ਪਾਰਟਸ ਤੱਕ ਪਹੁੰਚ ਗਏ, ਮਤਲਬ 2 ਪਾਰਟਸ ਦਾ ਇਨਕਰੀਜ਼ ਹੋ ਗਿਆ। ਇਹ 2 ਪਾਰਟਸ ਦਾ ਇਨਕਰੀਜ਼ ਕਿਉਂ ਹੋਇਆ? ਕਿਉਂਕਿ 10 ਆਪਾਂ ਨੇ ਐਡ ਕੀਤਾ। 10 ਐਡ ਕਿਵੇਂ ਹੋਇਆ? ਇੱਕ ਨੰਬਰ ਗਿਵਨ ਸੀ 5 ਸਾਲ ਪਹਿਲਾਂ ਦਾ, ਇੱਕ ਨੰਬਰ ਗਿਵਨ ਹੈ 5 ਸਾਲ ਬਾਅਦ ਦਾ। 2 ਪਾਰਟਸ ਦੀ ਵੈਲਿਊ ਆਪਣੇ ਕੋਲ ਆ ਜਾਊਗੀ 10, ਇੱਕ ਪਾਰਟ ਦੀ ਵੈਲਿਊ ਆ ਜਾਊਗੀ 5। ਟੋਟਲ ਇਹ ਦੋਨਾਂ ਦੇ ਹੈਗੇ ਨੇ 13 ਪਾਰਟਸ। 13 ਪਾਰਟਸ ਦੀ ਵੈਲਿਊ ਆ ਜਾਊਗੀ 65।
ਹੁਣ ਇੱਕ ਬੰਦਾ 5 ਸਾਲ ਬਾਅਦ 5 ਸਾਲ ਵਧੂਗਾ, ਦੂਸਰਾ ਬੰਦਾ ਵੀ 5 ਸਾਲ ਵਧੂਗਾ, ਪਰ ਜਿਹੜਾ ਦੋਨਾਂ ਦਾ ਟੋਟਲ ਇਨਕਰੀਜ਼ ਹੋਊਗਾ ਉਹ 10 ਸਾਲ ਇਨਕਰੀਜ਼ ਹੋਊਗਾ। ਦੋਨਾਂ ਦਾ ਟੋਟਲ ਕਰਾਂਗੇ, ਆਪਣੇ ਕੋਲ ਆਨਸਰ ਆ ਜਾਊਗਾ 75। The speed of car is 20% more than that of bus। ਜਿਹੜੀ ਕਾਰ ਦੀ ਸਪੀਡ ਹੈ ਬੱਸ ਨਾਲੋਂ 20% ਜ਼ਿਆਦਾ ਹੈ। 20% ਦੀ ਫ੍ਰੈਕਸ਼ਨ ਵੈਲਿਊ ਹੁੰਦੀ ਹੈ 1/5। ਮਤਲਬ ਜੇ ਆਪਣੇ ਕੋਲ ਬੱਸ ਦੀ ਸਪੀਡ 5x ਹੈ ਤਾਂ ਕਾਰ ਦੀ ਸਪੀਡ ਹੋਊਗੀ 6x। 5 ਚ 1 ਪਲੱਸ ਕਰਾਂਗੇ 6। A train covers distance of 850 ਕਿਲੋਮੀਟਰ in 8.5 hours। ਹੁਣ ਜਿਹੜੀ ਅਗਲੀ ਚੀਜ਼ ਗਿਵਨ ਹੈ ਟ੍ਰੇਨ ਦੀ ਗਿਵਨ ਹੈ, ਇਹਨੇ 8.5 ਘੰਟਿਆਂ 'ਚ 850 ਕਿਲੋਮੀਟਰ ਕਵਰ ਕਰ ਲਿਆ, ਤਾਂ ਹਰ ਘੰਟੇ 'ਚ ਕਿੰਨਾ ਕਵਰ ਕਰ ਰਹੀ ਹੋਊਗੀ? ਟੋਟਲ ਡਿਸਟੈਂਸ ਨੂੰ ਆਪਾਂ ਟੋਟਲ ਟਾਈਮ ਨਾਲ ਡਿਵਾਈਡ ਕਰ ਦਾਂਗੇ, ਆਪਣੇ ਕੋਲ ਸਪੀਡ ਆ ਜਾਊਗੀ 100 ਕਿਲੋਮੀਟਰ ਪਰ ਆਰ, ਮਤਲਬ ਹਰ ਇੱਕ ਘੰਟੇ 'ਚ 100 ਕਿਲੋਮੀਟਰ ਕਵਰ ਕਰੂਗੀ। ਹਾਊ ਮਚ ਡਿਸਟੈਂਸ ਵਿਲ ਦਾ ਕਾਰ ਕਵਰ ਇਨ 1/4 ਆਵਰਸ। ਕਾਰ ਦਾ ਆਪਾਂ ਨੂੰ ਟਾਈਮ ਦੇਤਾ 1/4 ਆਵਰ ਜਾਂ ਫਿਰ 2 ਘੰਟੇ 15 ਮਿੰਟ। ਇਫ ਦਾ ਸਪੀਡ ਆਫ ਦਾ ਬੱਸ ਇਜ਼ ਹਾਫ ਆਫ ਦਾ ਸਪੀਡ ਆਫ ਟ੍ਰੇਨ। ਹੁਣ ਆਪਣੇ ਕੋਲ ਟ੍ਰੇਨ ਦੀ ਸਪੀਡ ਆਈ ਹੈ 100 ਕਿਲੋਮੀਟਰ ਪਰ ਆਵਰ, ਜਿਹੜੀ ਬੱਸ ਦੀ ਸਪੀਡ ਹੈ ਇਹਦਾ ਹਾਫ ਹੈ, ਤਾਂ ਆਪਣੇ ਕੋਲ ਬੱਸ ਦੀ ਸਪੀਡ ਬਣੂਗੀ 50 ਕਿਲੋਮੀਟਰ ਪਰ ਆਵਰ। ਹੁਣ ਬੱਸ ਦੀ ਜਿਹੜੀ ਸਪੀਡ ਹੈ ਉਹ ਕਿੰਨੇ x ਸੀ ਆਪਣੇ ਕੋਲ? 5x। 5x ਦੀ ਵੈਲਿਊ ਆ ਗਈ 50 ਕਿਲੋਮੀਟਰ ਪਰ ਆਵਰ, ਤਾਂ ਜਿਹੜੀ ਕਾਰ ਦੀ ਸਪੀਡ ਆਪਾਂ ਨੇ ਫਾਈਂਡ ਕਰੀ ਸੀ ਸਟਾਰਟਿੰਗ 'ਚ ਉਹ ਕਰੀ ਸੀ 6x। 5x ਦੀ ਵੈਲਿਊ 50 ਹੈ ਤਾਂ 6x ਦੀ ਵੈਲਿਊ ਹੋ ਜਾਊਗੀ 60 ਕਿਲੋਮੀਟਰ ਪਰ ਆਵਰ। ਹੁਣ ਆਪਾਂ ਨੇ ਫਾਈਂਡ ਕਰਨਾ ਹੈ ਕਿ ਕਾਰ 2 ਘੰਟੇ 15 ਮਿੰਟ 'ਚ ਕਿੰਨਾ ਟਰੈਵਲ ਕਰੂਗੀ। ਇਹ ਕਾਰ 60 ਦੀ ਸਪੀਡ ਨਾਲ 2 ਘੰਟੇ 'ਚ ਕਿੰਨਾ ਟਰੈਵਲ ਕਰ ਲੂਗੀ? 120 ਕਿਲੋਮੀਟਰ। 15 ਮਿੰਟ ਹੋਰ ਨੇ, 15 ਮਿੰਟ 1 ਘੰਟੇ ਦਾ ਕਿੰਨਵਾਂ ਹਿੱਸਾ? ਚੌਥਾ ਹਿੱਸਾ। 60 ਨੂੰ 15 ਨਾਲ ਡਿਵਾਈਡ ਕਰਾਂਗੇ ਤਾਂ ਚੌਥਾ ਹਿੱਸਾ ਆਊਗਾ। 1 ਘੰਟੇ 'ਚ 60 ਕਿਲੋਮੀਟਰ ਕਵਰ ਕਰ ਰਹੀ ਹੈ, 15 ਮਿੰਟ 'ਚ ਯਾਨੀ ਕਿ ਚੌਥੇ ਹਿੱਸੇ 'ਚ ਚੌਥਾ ਡਿਸਟੈਂਸ ਕਵਰ ਕਰੂਗੀ। 60 ਦਾ ਚੌਥਾ ਹਿੱਸਾ ਹੋਊਗਾ 15 ਕਿਲੋਮੀਟਰ। ਦੋਨੋਂ ਨੂੰ ਐਡ ਕਰਾਂਗੇ, ਆਪਣੇ ਕੋਲ ਆਨਸਰ ਆ ਜਾਊਗਾ ਜੀ 135 ਕਿਲੋਮੀਟਰ। ਆਈ ਹੋਪ ਸਭ ਨੂੰ ਸਮਝ ਆਇਆ ਹੋਊਗਾ, ਨਹੀਂ ਸਮਝ ਆਇਆ ਤਾਂ ਮੈਂ ਦੁਬਾਰਾ ਸਮਝਾਉਣ ਦੀ ਕੋਸ਼ਿਸ਼ ਕਰਦਾ। ਸਭ ਤੋਂ ਪਹਿਲਾਂ ਆਪਾਂ ਨੂੰ ਕੀ ਗਿਵਨ ਹੈ? ਜਿਹੜੀ ਕਾਰ ਦੀ ਸਪੀਡ ਹੈ 20% ਜ਼ਿਆਦਾ ਹੈ ਜਿੰਨੀ ਵੀ ਬੱਸ ਦੀ ਸਪੀਡ ਹੋਊਗੀ। 20% ਦੀ ਫ੍ਰੈਕਸ਼ਨ ਵੈਲਿਊ ਹੁੰਦੀ ਹੈ 1/5। ਇਹਦਾ ਸਿੰਪਲ ਜਿਹਾ ਕੀ ਮੀਨਿੰਗ ਹੈ? ਜੇ ਬੱਸ ਦੀ ਸਪੀਡ 5x ਹੈ ਤਾਂ ਕਾਰ ਦੀ ਸਪੀਡ ਹੋਊਗੀ 6x। ਅਗਲੀ ਇਕੁਏਸ਼ਨ ਕੀ ਗਿਵਨ ਹੈ? ਜਿਹੜੀ ਟ੍ਰੇਨ ਹੈ 8.5 ਘੰਟਿਆਂ 'ਚ 850 ਕਿਲੋਮੀਟਰ ਟਰੈਵਲ ਕਰ ਰਹੀ ਹੈ, ਤਾਂ ਆਪਾਂ ਫਾਈਂਡ ਕਰਨੀ ਹੈ ਇਹਦੀ ਸਪੀਡ, ਮਤਲਬ 1 ਘੰਟੇ 'ਚ ਕਿੰਨਾ ਟਰੈਵਲ ਕਰੂਗੀ। 850 ਕਿਲੋਮੀਟਰ ਕਵਰ ਕਰਨ ਲਈ 8.5 ਘੰਟੇ ਲੱਗ ਗਏ, ਤਾਂ ਹਰ 1 ਘੰਟੇ 'ਚ ਕਿੰਨਾ ਟਰੈਵਲ ਕਰੂਗੀ? 100 ਕਿਲੋਮੀਟਰ ਪਰ ਆਵਰ। ਹਾਊ ਮਚ ਡਿਸਟੈਂਸ ਵਿਲ ਦਾ ਕਾਰ ਕਵਰ ਇਨ 1/4 ਆਵਰਸ। ਆਪਣੇ ਕੋਲ ਇੱਕ ਕਾਰ ਹੈ, ਉਹ 2 ਘੰਟੇ 15 ਮਿੰਟ 'ਚ ਫਾਈਂਡ ਕਰਨਾ ਹੈ ਕਿ ਕਿੰਨਾ ਡਿਸਟੈਂਸ ਟਰੈਵਲ ਕਰੂਗੀ। ਇੱਕ ਕੰਡੀਸ਼ਨ ਹੋਰ ਦਿੱਤੀ, ਜਿਹੜੀ ਬੱਸ ਦੀ ਸਪੀਡ ਹੈ ਉਹ ਟ੍ਰੇਨ ਨਾਲੋਂ ਹਾਫ ਹੈ। ਟ੍ਰੇਨ ਦੀ ਸਪੀਡ ਆਪਣੇ ਕੋਲ ਆਈ ਸੀ 100 ਕਿਲੋਮੀਟਰ ਪਰ ਆਵਰ, ਬੱਸ ਦੀ ਸਪੀਡ ਇਹਦੇ ਨਾਲੋਂ ਹਾਫ ਹੈ। ਇਹਦਾ ਜਦੋਂ ਆਪਾਂ ਹਾਫ ਕਰਾਂਗੇ ਆਪਣੇ ਕੋਲ ਆ ਜਾਊਗਾ 50 ਕਿਲੋਮੀਟਰ ਪਰ ਆਵਰ। ਆਪਾਂ ਸਟਾਰਟਿੰਗ 'ਚ ਇੱਕ ਇਕੁਏਸ਼ਨ ਬਣਾਈ ਸੀਗੀ 5x ਦੀ ਵੈਲਿਊ 50, 6x ਦੀ ਵੈਲਿਊ ਹੋ ਜਾਊਗੀ 60। 2 ਘੰਟੇ 'ਚ ਕਿੰਨਾ ਟਰੈਵਲ ਕਰ ਲੂਗੀ 60 ਦੀ ਸਪੀਡ ਨਾਲ? 120। ਤਾਂ ਬਚੇ ਹੋਏ 15 ਮਿੰਟ 'ਚ ਕਿੰਨਾ ਟਰੈਵਲ ਕਰੂਗੀ? 15 ਕਿਲੋਮੀਟਰ। ਦੋਨਾਂ ਨੂੰ ਆਪਾਂ ਐਡ ਕਰਾਂਗੇ, 2 ਘੰਟੇ 15 ਮਿੰਟ ਦਾ ਡਿਸਟੈਂਸ ਆ ਜਾਊਗਾ, ਆਨਸਰ ਆ ਜਾਊਗਾ 135। ਆਈ ਹੋਪ ਸਭ ਨੂੰ ਸਮਝ ਆਇਆ ਹੋਊਗਾ। A sum of rupees 4096 amounts to rupees x in 1/14 year at 15% per annum। ਆਪਣੇ ਕੋਲ ਪ੍ਰਿੰਸੀਪਲ ਦੀ ਵੈਲਿਊ ਗਿਵਨ ਹੈ 4096, ਇਹਦਾ ਕੁਝ ਅਮਾਊਂਟ ਬਣ ਜਾਊਗਾ, ਉਹ ਗਿਵਨ ਹੈ x। ਟਾਈਮ ਆਪਾਂ ਨੂੰ ਗਿਵਨ ਹੈ 1/4 ਈਅਰਸ। ਜੇ ਟੋਟਲ ਮੰਥਸ ਫਾਈਂਡ ਕਰਨੇ ਹੋਣ, ਮਤਲਬ ਟੋਟਲ ਮੰਥਸ ਹੋ ਜਾਣਗੇ ਆਪਣੇ 15। 1/4 ਹੈ ਸਾਲ ਦਾ ਹਿੱਸਾ, 12 ਨੂੰ 4 ਨਾਲ ਡਿਵਾਈਡ ਕਰਾਂਗੇ 3 ਮਹੀਨੇ ਆ ਜਾਣਗੇ। 1 ਸਾਲ ਤਾਂ ਹੈਗਾ ਹੀ ਹੈ, ਪਲੱਸ 1 ਸਾਲ ਦਾ ਚੌਥਾ ਹਿੱਸਾ ਹੈ, ਮਤਲਬ 3 ਮਹੀਨੇ ਹੋਰ ਨੇ, ਟੋਟਲ ਮੰਥਸ ਹੋ ਜਾਣਗੇ 15। ਆਰ ਆਪਾਂ ਨੂੰ ਗਿਵਨ ਹੈ 15% ਪਰ ਐਨਮ।
ਇਫ ਦ ਇੰਟਰਸਟਡ ਇਜ਼ ਕੰਪਾਊਂਡਡ 5 ਮੰਥਲੀ। ਇਹ ਕੁਐਸਚਨ ਹੁਣ ਥੋੜਾ ਜਿਹਾ ਟ੍ਰਿਕੀ ਹੋ ਗਿਆ। ਜਦੋਂ ਵੀ ਆਪਣੇ ਕੋਲ ਕੰਪਾਊਂਡ ਇੰਟਰਸਟ ਦਾ ਕੁਐਸਚਨ ਆਉਂਦਾ ਸੀ, ਜਾਂ ਤਾਂ ਹਾਫ ਈਅਰਲੀ ਕਹਿ ਦਿੰਦੇ ਸੀਗੇ ਜਾਂ ਕੁਆਟਰਲੀ ਕਹਿ ਦਿੰਦੇ ਸੀਗੇ। ਉਹਦੇ ਨਾਲ ਆਪਾਂ ਕੀ ਕਰਦੇ ਸੀਗੇ, ਨਵੀਂ ਰੇਟ ਆਫ ਇੰਟਰਸਟ ਫਾਈਂਡ ਕਰਦੇ ਸੀਗੇ। ਜੇ ਆਪਾਂ ਨੂੰ ਗਿਵਨ ਹੈ ਹਾਫ ਈਅਰਲੀ ਤਾਂ ਆਪਾਂ ਕੀ ਕਰਦੇ ਸੀ, ਆਰ ਨੂੰ ਹਾਫ ਨਾਲ ਡਿਵਾਈਡ ਕਰ ਦਿੰਦੇ ਸੀਗੇ। ਜੇ ਆਪਾਂ ਨੂੰ ਗਿਵਨ ਹੁੰਦਾ ਸੀ ਕੁਆਟਰਲੀ ਤਾਂ ਆਪਾਂ ਆਰ ਨੂੰ 4 ਨਾਲ ਡਿਵਾਈਡ ਕਰ ਦਿੰਦੇ ਸੀਗੇ, ਤਾਂ ਉਸ ਆਰ ਨਾਲ ਆਪਾਂ ਕੁਐਸਚਨ ਸੋਲਵ ਕਰਦੇ ਸੀਗੇ। ਹੁਣ ਇਹਦੇ 'ਚ ਕੀ ਹੈ, 5 ਮੰਥਲੀ। ਹੁਣ ਆਪਾਂ 5 ਮਹੀਨਿਆਂ ਦੀ ਰੇਟ ਆਫ ਇੰਟਰਸਟ ਫਾਈਂਡ ਕਰਾਂਗੇ ਕਿ ਹਰ 5 ਮਹੀਨੇ ਰੇਟ ਆਫ ਇੰਟਰਸਟ ਕਿੰਨੀ ਲੱਗੂਗੀ। ਹੁਣ ਆਪਾਂ ਨੂੰ 15% ਰੇਟ ਆਫ ਇੰਟਰਸਟ ਗਿਵਨ ਹੈ, ਇਹ 1 ਸਾਲ ਦੀ ਗਿਵਨ ਹੈ, ਯਾਨੀ ਕਿ 12 ਮਹੀਨਿਆਂ ਦੀ। 15% ਹੈ 12 ਮਹੀਨਿਆਂ ਦੀ, ਤਾਂ ਇਹ 1 ਮਹੀਨੇ ਦੀ ਹੋ ਜੂਗੀ, ਬਟ ਆਪਾਂ ਫਾਈਂਡ ਕਰਨੀ ਹੈ 5 ਮਹੀਨਿਆਂ ਦੀ। ਇਹਨੂੰ ਜਦੋਂ ਸੋਲਵ ਕਰਾਂਗੇ ਆਪਣੇ ਕੋਲ ਆ ਜਾਊਗਾ 75/12। ਇਹਨੂੰ ਜਦੋਂ ਆਪਾਂ ਫਰਦਰ ਸੋਲਵ ਕਰਾਂਗੇ ਆਪਣੇ ਕੋਲ ਆ ਜਾਊਗਾ 6.25%। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ 6.25% ਦੀ ਫ੍ਰੈਕਸ਼ਨ ਵੈਲਿਊ ਹੁੰਦੀ ਹੈ 1/16। ਹੁਣ ਚਾਹੇ ਆਪਾਂ ਕਿਸੇ ਨੰਬਰ ਦਾ 1/16 ਫਾਈਂਡ ਕਰੀਏ, ਚਾਹੇ 6.25% ਫਾਈਂਡ ਕਰੀਏ, ਆਪਣਾ ਆਨਸਰ ਸੇਮ ਹੀ ਆਊਗਾ। ਆਪਣੇ ਕੋਲ ਪ੍ਰਿੰਸੀਪਲ ਕਿੰਨਾ ਗਿਵਨ ਹੈ ਜੀ, 4096। ਹੁਣ ਹਰ 5 ਮਹੀਨਿਆਂ ਬਾਅਦ ਵਿਆਜ ਲੱਗਣਾ, ਤਾਂ ਵਿਆਜ ਕਿੰਨੇ ਵਾਰ ਲੱਗੂਗਾ, ਪਹਿਲੇ 5 ਮਹੀਨੇ ਲੱਗੂਗਾ, ਅਗਲੇ 5 ਮਹੀਨੇ ਲੱਗੂਗਾ, ਅਗਲੇ 5 ਮਹੀਨੇ ਹੋਰ ਲੱਗੂਗਾ। ਟੋਟਲ 15 ਮਹੀਨੇ ਨੇ, ਤਾਂ 3 ਵਾਰ ਵਿਆਜ ਲੱਗੂਗਾ, 1 2 3। 4096 ਦਾ ਆਪਾਂ ਨੇ ਫਾਈਂਡ ਕਰਨਾ ਹੈ 1/16। ਇਹਨੂੰ ਆਪਾਂ ਸਿੰਪਲ 16 ਨਾਲ ਡਿਵਾਈਡ ਕਰ ਦਾਂਗੇ, ਆਪਣੇ ਕੋਲ ਆ ਜਾਊਗਾ 2 59 89 256। ਇੱਥੇ ਵੀ 1/16 ਆ ਜਾਊਗਾ 256, ਇੱਥੇ ਵੀ 1/16 ਆ ਜਾਊਗਾ 256। ਹੁਣ ਜਿਹੜਾ ਪਹਿਲੇ ਸਾਲ ਵਿਆਜ ਮਿਲਿਆ, ਪਹਿਲੇ 5 ਮਹੀਨੇ ਵਿਆਜ ਮਿਲਿਆ, ਉਹਦੇ ਉੱਪਰ ਵੀ ਵਿਆਜ ਮਿਲੂਗਾ, ਇਹਦਾ ਵੀ 1/16 ਕਰ ਦਾਂਗੇ, ਇਹਦਾ ਵੀ 1/16 ਕਰਾਂਗੇ, ਆਪਣੇ ਕੋਲ ਆਊਗਾ 16। ਹੁਣ ਟੋਟਲ 512 ਰੁਪਏ ਵਿਆਜ ਮਿਲ ਗਿਆ 10 ਮਹੀਨਿਆਂ ਬਾਅਦ, ਇਹਦੇ ਉੱਪਰ ਵੀ ਵਿਆਜ ਮਿਲੂਗਾ, ਇਹਦਾ ਵੀ 1/16 ਕਰੋਗੇ, ਤੁਹਾਡੇ ਕੋਲ ਆ ਜਾਊਗਾ 32। ਹੁਣ ਜਿਹੜਾ ਵਿਆਜ ਹੈ ਦੂਸਰੇ ਸਾਲ ਮਿਲਿਆ, ਤੀਸਰੇ ਸਾਲ ਇਹਦੇ ਉੱਪਰ ਵੀ ਵਿਆਜ ਮਿਲੂਗਾ, 1/16 ਹੀ ਵਿਆਜ ਮਿਲੂਗਾ। ਇਹਨੂੰ 16 ਨਾਲ ਡਿਵਾਈਡ ਕਰਾਂਗੇ, ਆਪਣੇ ਕੋਲ ਆ ਜਾਊਗਾ 1। ਹੁਣ ਇਹ ਹੈਗਾ ਆਪਣਾ ਇੰਟਰਸਟ, ਇਹ ਹੋ ਗਿਆ ਇੰਟਰਸਟ ਦੇ ਉੱਪਰ ਇੰਟਰਸਟ, ਇਹ ਵੀ ਹੋ ਗਿਆ ਇੰਟਰਸਟ ਦੇ ਉੱਪਰ ਇੰਟਰਸਟ। ਇਹ ਸੀਗਾ ਆਪਣਾ ਪ੍ਰਿੰਸੀਪਲ ਅਮਾਊਂਟ, ਇਹ ਸਾਰਾ ਆਪਣਾ ਹੋ ਗਿਆ ਕੰਪਾਊਂਡ ਇੰਟਰਸਟ। ਜਦੋਂ ਆਪਾਂ ਇਹਨਾਂ ਸਾਰਿਆਂ ਦਾ ਟੋਟਲ ਕਰਾਂਗੇ, ਆਪਣੇ ਕੋਲ ਅਮਾਊਂਟ ਆ ਜਾਊਗਾ। ਹੁਣ ਤੁਸੀਂ ਆਪਸ਼ਨਸ ਦੇਖੋ, ਸਾਰਿਆਂ ਦੀ ਯੂਨਿਟ ਡਿਜਿਟ ਡਿਫਰੈਂਟ ਹੈ, ਇਹਦੀ 5 ਹੈ, 3 ਹੈ, 2 ਹੈ, 6 ਹੈ। ਜਦੋਂ ਵੀ ਇਹੋ ਜਿਹਾ ਕੁਐਸਚਨ ਆ ਜਾਏ ਤਾਂ ਸਾਰਾ ਟੋਟਲ ਫਾਈਂਡ ਕਰਨ ਦੀ ਲੋੜ ਨਹੀਂ, ਆਪਾਂ ਸਿਰਫ ਯੂਨਿਟ ਡਿਜਿਟ ਫਾਈਂਡ ਕਰਾਂਗੇ। 6 + 6 12, 18 24, 24 + 6 30, 32 33। ਜਿਹੜੀ ਆਪਣੇ ਕੋਲ ਯੂਨਿਟ ਡਿਜਿਟ ਆਈ ਹੈ 3, ਤਾਂ ਆਪਣਾ ਆਨਸਰ ਹੋ ਜਾਊਗਾ 4913। ਆਈ ਹੋਪ ਸਭ ਨੂੰ ਸਮਝ ਆਇਆ ਹੋਊਗਾ। ਨਹੀਂ ਸਮਝ ਆਇਆ ਤਾਂ ਵੀਡੀਓ ਨੂੰ ਦੁਬਾਰਾ ਦੇਖੋ, ਇੱਕ ਵਾਰ ਮੈਂ ਇਸ ਕੁਐਸਚਨ ਨੂੰ ਦੁਬਾਰਾ ਐਕਸਪਲੇਨ ਕਰ ਦਿੰਦਾ। ਆਪਣੇ ਕੋਲ ਸਭ ਤੋਂ ਪਹਿਲਾਂ ਪ੍ਰਿੰਸੀਪਲ ਗਿਵਨ ਹੈ, ਪ੍ਰਿੰਸੀਪਲ ਦੀ ਵੈਲਿਊ ਗਿਵਨ ਹੈ 4096। ਆਪਾਂ ਨੇ ਫਾਈਂਡ ਕਰਨਾ ਹੈ ਅਮਾਊਂਟ। ਟਾਈਮ ਵੀ ਗਿਵਨ ਹੈ ਕਿ 1 ਸਾਲ 1/4 ਈਅਰਸ ਨੇ, ਮਤਲਬ ਟੋਟਲ 15 ਮਹੀਨੇ ਨੇ। ਰੇਟ ਆਫ ਇੰਟਰਸਟ ਗਿਵਨ ਹੈ 15%, ਤੇ ਇੱਕ ਹੋਰ ਕੰਡੀਸ਼ਨ ਦਿੱਤੀ, ਜਿਹੜਾ ਵਿਆਜ ਹੈ ਕੰਪਾਊਂਡਡ ਹੋਊਗਾ ਹਰ 5 ਮਹੀਨਿਆਂ ਬਾਅਦ। ਪਹਿਲਾਂ ਕੀ ਹੁੰਦਾ ਸੀਗਾ, 1 ਸਾਲ ਦਾ ਵਿਆਜ ਹੋਇਆ ਉਹ ਐਡ ਹੋ ਜਾਂਦਾ ਸੀਗਾ। ਜੇ ਹਾਫ ਈਅਰਲੀ ਗਿਵਨ ਹੈ ਤਾਂ ਉਹਨੂੰ ਆਪਾਂ ਹਾਫ 'ਚ ਡਿਵਾਈਡ ਕਰ ਦਿੰਦੇ ਸੀ ਰੇਟ ਆਫ ਇੰਟਰਸਟ ਨੂੰ। ਹੁਣ ਇਹਦੇ 'ਚ ਕੀ ਹੈ, ਹਰ 5 ਮਹੀਨਿਆਂ ਬਾਅਦ ਵਿਆਜ ਐਡ ਹੋਊਗਾ। ਹੁਣ ਆਪਾਂ ਸਭ ਤੋਂ ਪਹਿਲਾਂ ਕੀ ਫਾਈਂਡ ਕਰਾਂਗੇ, 5 ਮਹੀਨਿਆਂ ਲਈ ਰੇਟ ਆਫ ਇੰਟਰਸਟ ਕਿੰਨੀ ਹੋਊਗੀ। 15% ਹੈ 1 ਸਾਲ ਦੀ ਹੈ, ਮਤਲਬ 12 ਮਹੀਨਿਆਂ ਦੀ ਹੋਊਗੀ 15%, ਤਾਂ 5 ਮਹੀਨਿਆਂ ਦੀ ਹੋ ਜੂਗੀ 6.25%। 6.25% ਦੀ ਫ੍ਰੈਕਸ਼ਨ ਵੈਲਿਊ ਹੁੰਦੀ ਹੈ 1/16। ਫਿਰ ਜਦੋਂ ਆਪਾਂ ਕੰਪਾਊਂਡ ਇੰਟਰਸਟ ਦਾ ਇਹ ਵਾਲਾ ਮੈਥਡ ਯੂਜ਼ ਕਰਾਂਗੇ, ਇਹਨੂੰ ਸੋਲਵ ਕਰਨ ਤੋਂ ਬਾਅਦ ਆਪਣੇ ਕੋਲ ਸਾਰਾ ਕੰਪਾਊਂਡ ਇੰਟਰਸਟ ਆ ਜਾਊਗਾ। ਜੇ ਪ੍ਰਿੰਸੀਪਲ 'ਚ ਆਪਾਂ ਕੰਪਾਊਂਡ ਇੰਟਰਸਟ ਐਡ ਕਰਾਂਗੇ, ਆਪਣੇ ਕੋਲ ਆ ਜਾਊਗਾ ਅਮਾਊਂਟ ਆ ਜਾਊਗਾ ਜੀ 4913। ਆਈ ਹੋਪ ਸਭ ਨੂੰ ਸਮਝ ਆਇਆ ਹੋਊਗਾ। ਇਸ ਤੋਂ ਬਾਅਦ ਚੱਲਦੇ ਹਾਂ ਜੀ ਆਪਾਂ ਕੁਐਸਚਨ ਨੰਬਰ 8 ਤੇ। ਇਹ ਨੰਬਰ ਸੀਰੀਜ਼ ਤੁਸੀਂ ਸਾਰੇ ਪਲੀਜ਼ ਆਪਣੇ ਆਪ ਸੋਲਵ ਕਰਨ ਦੀ ਕੋਸ਼ਿਸ਼ ਕਰੋ। ਮੈਨੂੰ ਇਹਦੇ 'ਚ ਥੋੜਾ ਜਿਹਾ ਡਾਊਟ ਲੱਗਿਆ, ਥੋੜਾ ਜਿਹਾ ਕਨਫਿਊਜ਼ਨ ਹੈ ਕਿ ਹੋ ਸਕਦਾ ਹੈ ਨੰਬਰ ਸੀਰੀਜ਼ ਗਲਤ ਹੋਵੇ। ਹੁਣ ਇਹਦੇ 'ਚ ਦੇਖੋ ਕੁਝ ਵੀ ਲੌਜਿਕ ਜਿਹਾ ਨਹੀਂ ਬਣ ਰਿਹਾ।
जे इत्थे 7 की जगह ते 10 हुंदा ते 5 ना हुंदा तो अपना आंसर आ जाना सी 40 तो आंसर इहदा 40 ही गिवन है। देखते हैं 40 किवें आना सीगा। 10 है अपने कोल, ये हो जाऊगा 3 स्केयर प्लस 1। नैक्सट है 18, ये हो जाऊगा 4 स्केयर प्लस 2। नैक्सट है 28, ये हो जाऊगा 5 स्केयर प्लस 3। आंसर है 40। 6 स्केयर प्लस 4। इस तो बाद है 54, 7 स्केयर प्लस 5। जे किसी का इस नंबर सीरीज़ में लैके आंसर आ जाता है कोई भी, प्लीज़ तुसी कमेंट बॉक्स जरूर कमेंट करो। इस तो बाद सोल्व करते हैं आप क्वेश्चन नंबर 9। अपनी वैल्यू फाइंड करनी है, एक सिंपलीफिकेशन का सिंपल जो क्वेश्चन है। यहो क्वेश्चन की करना होंगे, तुसी डिनोमीनेटर तो सोल्व करना स्टार्ट करो। डिनोमीनेटर च अपने कोल की है 5 × 8 40, 42/5 डिवाइडेड बाय, पहला आप ऑफ वाली वैल्यू सोल्व करांगे 7/2 इंटू 5 × 7 करांगे 35, 35 + 1 करांगे 36, 36/5। जो भी यह डिवाइड वाली वैल्यू है, डिवाइड वाली वैल्यू आ जाए, आप इन्हू डिवाइड में मल्टीप्लाई कन्वर्ट कर सकते हैं, न्यूमीनेटर का डिनोमीनेटर बना के, डिनोमीनेटर का न्यूमीनेटर बना के। हूँ किवें सोल्व होगा 42/5 इंटू 2/7 इंटू 5/36। इसनों आप सोल्व करते हैं 5 नाल, 5 कैंसल, 7 42 में कैंसल करूँगा 6 नाल, 6 इन कैंसल करूँगा 6 नाल, 2 इन कैंसल करूँगा 3 नाल। अपने को जी डिनोमीनेटर च वैल्यू है वो आ गई 1/3। हूँ 1/3 में उपर लेके जाना है तो यह 3 बन जाऊगा, 3 मल्टीप्लाई हो जाऊगा। उपर वाली वैल्यूज़ में सोल्व करने की कोशिश करते हैं। 8 × 2 करेंगे 16, 16 + 1 करेंगे 17/8 डिवाइडेड बाय 6 × 1 करेंगे 6, 6 + 1 करेंगे 7/6 ऑफ मतलब मल्टीप्लाई। इनू सोल्व करेंगे अपने को आऊगा 3/4। ब्रैकेट बंद कर लो, पहला इस चीज़ में सोल्व करेंगे। मल्टीप्लाई 14/17। हूँ जो डिनोमीनेटर 1/3 सीगा, ये ऊपर आके मल्टीप्लाई का 3 बन जाऊगा, मल्टीप्लाई 3। 17/8 जिवें कि पहला मैं समझाया सी, डिवाइड में मल्टीप्लाई कन्वर्ट कर सकते हैं, न्यूमीनेटर का डिनोमीनेटर बना के, डिनोमीनेटर का न्यूमीनेटर बना के मल्टीप्लाई। 6 × 4 करेंगे 24, 7 × 3 करेंगे 21 इंटू 14 इंटू डिवाइडेड बाय 17 मल्टीप्लाई आ जाऊगा 3। हूँ इन्हों आप सोल्व करते हैं। 3 इनू कैंसल करूँगा 7 नाल, 7 14 में कैंसल करूँगा 2 नाल, 2 इसनू कैंसल करूँगा 4 नाल, 17 नाल अपना 17 कैंसल हो जाऊगा, 4 24 में कैंसल करूँगा 6 नाल। अपना आंसर बन जाऊगा ऑप्शन 3। ईजी है क्वेश्चन सीगा, जे तुहाडे बेसिक्स क्लीयर ने तो तुसीं इहनूं ईजिली 1 मिनट के अंदर सोल्व कर सकते हो। इस वीडियो में दोबारा देखियो, इस क्वेश्चन में दोबारा देखियो, तुहानूं ईजिली समझ आ जाऊगा। क्वेश्चन नंबर 10, the numbers a, b and c leave the same remainder in each case when divided by the greatest number। अपने कोल जी 3 नंबर ने a, b ते c। a दी वैल्यू है 4055, b दी वैल्यू है 4907, c दी वैल्यू है 6398। लीव द सेम रिमाइंडर इन ईच केस व्हेन डिवाइडेड बाय द ग्रेटेस्ट नंबर। हो सकता है ना सारे नंबर्स में अपने 2 नाल डिवाइड करा हो, सारे सेम रिमाइंडर आ जाए। हो सकता है सारे नंबर में 10 नाल डिवाइड करिए फिर भी सेम रिमाइंडर आ जाए। एवं बहुत सारे नंबर होंगे जिहदे नाल डिवाइड करन तो बाद अपने को सेम रिमाइंडर आऊगा, बट अपन की गिवन है ग्रेटेस्ट नंबर ते रिमाइंडर है सेम। ये क्वेश्चन थोड़ा जिहा टफ है वैसे। एचसीएफ एलसीएम दे आपां नूं क्वेश्चन तां ही वधिया समझ आउंदे ने जे आपां इन्हां नूं एक सीक्वेंस 'च सोल्व करिए। लैवल 1, लैवल 2, लैवल 3। ये लैवल 3 या लैवल 4 का क्वेश्चन है। मैं अपने वालों पूरा एफर्ट करूँगा, तुसीं भी इहनूं ध्यान नाल समझो। हो सकता है किते किते तुहानूं कुछ याद रखना पै जाए कि यार जे यह चीज़ आई है तो इन्हूं एवें कुछ सोल्व करना है, जे यह चीज़ पूछी गई है तो इन्हूं एवें सोल्व करना है।
ਹੁਣ ਜਦੋਂ ਵੀ ਆਪਣੇ ਕੋਲ ਇਹੋ ਜਿਹਾ ਕੁਐਸਚਨ ਹੁੰਦਾ ਰਿਮਾਈਂਡਰ ਸੇਮ ਹੈ, ਆਪਾਂ ਸਾਰੇ ਨੰਬਰਸ ਦਾ ਡਿਫਰੈਂਸ ਫਾਈਂਡ ਕਰਾਂਗੇ। ਆਪਣੇ ਕੋਲ 3 ਡਿਫਰੈਂਸ ਆਣਗੇ, ਡਿਫਰੈਂਸ 1, ਡਿਫਰੈਂਸ 2, ਡਿਫਰੈਂਸ 3। 3 ਡਿਫਰੈਂਸ ਕਿਉਂ ਆਣਗੇ? ਕਿਉਂਕਿ ਜਿਹੜਾ B ਹੈ A ਤੋਂ ਵੱਡਾ, C ਹੈ A ਤੋਂ ਵੀ ਵੱਡਾ, C B ਤੋਂ ਵੀ ਵੱਡਾ। ਸਭ ਤੋਂ ਪਹਿਲਾਂ ਆਪਾਂ B ਤੇ A ਦਾ ਡਿਫਰੈਂਸ ਫਾਈਂਡ ਕਰਾਂਗੇ। 4907 ਮਾਈਨਸ 4055, ਇਹਦਾ ਡਿਫਰੈਂਸ ਆਪਣੇ ਕੋਲ ਆ ਜਾਊਗਾ ਜੀ 852। अगला डिफरेंस होगा अपना 6398 माइनस 4907, ਇਹਦਾ डिफरेंस अपने को आ जाएगा 1491। अगला अपना डिफरेंस होगा 6398 माइनस 4055, ਇਹਦਾ डिफरेंस आ जाएगा 2343। ਹੁਣ ਇਹਨਾਂ ਨੰਬਰ ਦਾ ਜੋ HCF ਆਊਗਾ ਉਹ ਇਹ ਗ੍ਰੇਟੈਸਟ ਨੰਬਰ ਹੋਊਗਾ ਜਿਸ ਨੇ ਡਿਵਾਈਡ ਕਰਿਆ ਹੋਊਗਾ ਤੇ ਰਿਮਾਈਂਡਰ ਆਪਣਾ ਸੇਮ ਆਇਆ ਹੋਊਗਾ। ਤੁਸੀਂ ਯਾਦ ਰੱਖਣਾ ਕਿ ਰਿਮਾਈਂਡਰ ਸੇਮ ਹੋਣਾ ਚਾਹੀਦਾ। ਜੇ ਰਿਮਾਈਂਡਰ ਸੇਮ ਨਹੀਂ ਹੈ ਤਾਂ ਉਹਨੂੰ ਸੋਲਵ ਕਰਨ ਦਾ ਦੂਸਰਾ ਮੈਥਡ ਹੈ। ਹੁਣ ਆਪਾਂ ਇਹਨਾਂ ਨੰਬਰ ਦਾ HCF ਫਾਈਂਡ ਕਰਦੇ ਹਾਂ। HCF ਫਾਈਂਡ ਕਰਨ ਦਾ ਬੈਸਟ ਮੈਥਡ ਕੀ ਹੈ? ਡਿਫਰੈਂਸ ਮੈਥਡ। 149 ਮਾਈਨਸ 852, ਇਹਦਾ ਡਿਫਰੈਂਸ ਕਰਾਂਗੇ ਆਪਣੇ ਕੋਲ ਆ ਜਾਊਗਾ 639। ਹੁਣ ਹੋ ਸਕਦਾ 639 ਇਹਨਾਂ ਦਾ HCF ਹੋਵੇ ਜਾਂ ਫਿਰ 639 ਦਾ ਕੋਈ ਵੀ ਫੈਕਟਰ। ਚੈੱਕ ਕਰੋ ਕਿ 639 852 ਨੂੰ ਡਿਵਾਈਡ ਕਰੂਗਾ? ਨਹੀਂ, ਪਹਿਲਾਂ ਹੀ ਦੇਖ ਰਿਹਾ ਆਪਾਂ ਨੂੰ ਕਿ ਡਿਵਾਈਡ ਨਹੀਂ ਕਰੂਗਾ। ਤਾਂ 639 ਦਾ ਕੋਈ ਫੈਕਟਰ ਹੋਊਗਾ। 639 ਆਪਣਾ 2 ਨਾਲ ਤਾਂ ਡਿਵਾਈਡ ਨਹੀਂ ਹੁੰਦਾ, 3 ਨਾਲ ਡਿਵਾਈਡ ਕਰਾਂਗੇ ਆਪਣੇ ਕੋਲ ਫੈਕਟਰ ਬਣਨਗੇ 213 ਮਲਟੀਪਲਾਈ 3। ਹੁਣ ਚੈੱਕ ਕਰੋ ਕਿ 213 ਨਾਲ ਸਾਰੇ ਨੰਬਰਸ ਨੂੰ ਡਿਵਾਈਡ ਕਰੂਗਾ। 1491 852 2343। ਹਾਂਜੀ, ਇਹ ਨੰਬਰ 7 ਨਾਲ ਡਿਵਾਈਡ ਹੋ ਜਾਊਗਾ, ਇਹ ਨੰਬਰ ਹੋ ਜਾਊਗਾ ਡਿਵਾਈਡ ਆਪਣਾ 4 ਨਾਲ, ਤੇ 2343 ਆਪਣਾ ਡਿਵਾਈਡ ਹੋਊਗਾ 11 ਨਾਲ। ਹੁਣ 213 ਦਾ ਆ ਗਿਆ ਆਪਣੇ ਕੋਲ ਗ੍ਰੇਟੈਸਟ ਨੰਬਰ। ਕੁਐਸਚਨ 'ਚ ਵੈਸੇ ਕੀ ਪੁੱਛਦੇ ਨੇ? ਯੂਜ਼ਲੀ ਇਹੀ ਪੁੱਛ ਲਿਆ ਜਾਂਦਾ ਕਿ ਗ੍ਰੇਟੈਸਟ ਨੰਬਰ ਦੱਸੋ, ਬਟ ਇਹ ਕੁਐਸਚਨ ਥੋੜਾ ਜਿਹਾ ਟਫ ਹੈ। ਉਹਦੇ ਕਰਕੇ ਆਪਾਂ ਨੂੰ ਕੀ ਹੈ, ਰਿਮਾਈਂਡਰ ਪਲੱਸ ग्रेटेस्ट नंबर का सम पूछा गया x प्लस वाई। x है अपना ग्रेटेस्ट नंबर, y की अपना रिमाइंडर। हुण रिमाइंडर सेम होगा, आप रिमाइंडर फाइंड करना है। रिमाइंडर किवें आऊगा? डिवाइड करने तो बाद 4055 नूं आपां डिवाइड करांगे 213 नाल। चाहे 4055 नूं डिवाइड कर लो, चाहे 4907 नूं डिवाइड कर लो, रिमाइंडर सेम ही आना क्योंकि आपां नूं क्वेश्चन च गिवन ਇੱਥੇ ਆਪਣੇ ਕੋਲ ਆ ਜਾਊਗਾ 1, ਨੀਚੇ ਆ ਜਾਊਗਾ 213, 5 ਚੋਂ 3 ਗਏ 2, 40 ਚੋਂ 1 ਗਏ 19, 192 1925। ਹੁਣ 213 ਦੀ ਆਪਾਂ ਮਲਟੀਪਲਾਈ ਕਰ ਦਿੰਦੇ ਹਾਂ ਅੱਗੇ 8 ਨਾਲ 9 ਨਾਲ। 213 ਦੀ ਮਲਟੀਪਲਾਈ ਕਰਾਂਗੇ 9 ਨਾਲ, 200 ਨੂੰ 9 ਨਾਲ ਮਲਟੀਪਲਾਈ ਕਰਾਂਗੇ 1800, 13 ਦੀ 9 ਨਾਲ ਮਲਟੀਪਲਾਈ ਕਰਾਂਗੇ 117, ਇਹ ਆਪਣੇ ਕੋਲ ਹੋ ਜਾਊਗਾ 1917। ਇੱਥੋਂ ਦੀ ਆਪਣੇ ਕੋਲ ਰਿਮਾਈਂਡਰ ਆ ਜਾਊਗਾ 8। रिमाइंडर आ गया अपने को 8। एक्स की वैल्यू अपने को कितनी आ गई सी? 213। वाई की वैल्यू आ जाएगी 8। अपन दोनों का सम पूछे, दोनों का सम आ जाएगा 221। आंसर हो जाएगा ऑप्शन नंबर 4। आई होप सबने समझ। वर्क इन 30 डेज, अपने को एक बंदा है ए, वो किसी काम को 30 दिन कंप्लीट कर दूगा। ही वर्कड फॉर 9 डेज, उन्हें 9 दिन ये उपर काम किया। द रिमेनिंग वर्क वॉज कंप्लीटेड बाय बी अलोन इन 14 डेज। रिमेनिंग, ये याद रखियो, रिमेनिंग ये बहुत कन्फ्यूज करता है क्वेश्चन। रिमेनिंग वर्क बी ने कंप्लीट किया 14 दिनों। ए एंड बी कैन कंप्लीट 2/3 ऑफ द ओरिजिनल वर्क। हुण आपां ने ए ते बी तो मिलके काम करवाना है। कितना काम करवाना है? 2/3, जिन्ना भी ओरिजिनल वर्क है वो फाइंड करना है कि किन्ने दिन कंप्लीट करनगे। हुण आपां सब दी तक ही 2 ही बंदे ने, ए ते बी दी एफिशिएंसी फाइंड करांगे। ए ने बचा होया जिहड़ा काम है वो खत्म करना सी 21 दिन च, क्योंकि 30 दिन च कंप्लीट काम करूगा, 9 दिन उन्हें काम करता, तो जिहड़ा बचा होया काम है वो वास्ते किन्ने दिन होर लगूगा? 21 दिन। उही बचा होया काम बी कर रहा जी 14 दिनों च। हुण आपां ने एफिशिएंसी फाइंड करनी है ए ते बी दी। आपां एज्यूम कर लिया कि जिहड़ा बचा होया काम है 42 है, क्योंकि 42 21 ते 14 का अपना एलसीएम है। ਹੁਣ ਜਦੋਂ 42 ਨੂੰ ਆਪਾਂ 21 ਨਾਲ ਡਿਵਾਈਡ ਕਰਾਂਗੇ ਆਪਣੇ ਕੋਲ ਆ ਜਾਊਗਾ 2, 42 ਨੂੰ 14 ਨਾਲ ਡਿਵਾਈਡ ਕਰਾਂਗੇ 3। ਇਹ ਹੋ ਗਈ ਆਪਣੀ A ਦੀ ਐਫੀਸ਼ੀਐਂਸੀ, ਇਹ ਹੋ ਗਈ B ਦੀ ਐਫੀਸ਼ੀਐਂਸੀ। ਇਹਦਾ ਕੀ ਮਤਲਬ ਹੈ? ਇਹ ਇੱਕ ਦਿਨ 'ਚ 2 ਕੰਮ ਕਰੂਗਾ, ਜਿੰਨੇ ਵੀ ਕੰਮ ਹੋਣਗੇ ਉਹਦੇ 2 ਕੰਮ ਕੰਪਲੀਟ ਕਰ ਦੂਗਾ। ਹੁਣ ਆਪਾਂ ਫਾਈਂਡ ਕਰਨਾ ਟੋਟਲ ਵਰਕ ਕਿੰਨਾ ਹੋਊਗਾ। ਟੋਟਲ ਵਰਕ ਆਪਾਂ ਕਿੱਥੋਂ ਫਾਈਂਡ ਕਰ ਸਕਦੇ ਹਾਂ? ਸਿਰਫ A ਤੋਂ ਫਾਈਂਡ ਕਰ ਸਕਦੇ ਹਾਂ, ਕਿਉਂਕਿ B ਆਪਣਾ ਰਿਮੇਨਿੰਗ ਕਰ ਰਿਹਾ, A ਟੋਟਲ ਕਰ ਸਕਦਾ। A ਟੋਟਲ 30 ਦਿਨਾਂ 'ਚ ਕਰ ਸਕਦਾ। ਇੱਕ ਦਿਨ 'ਚ 2 ਕੰਮ ਕਰ ਰਿਹਾ ਤਾਂ 30 ਦਿਨਾਂ 'ਚ ਕਿੰਨੇ ਕੰਮ ਕਰ ਦੂਗਾ? 60। ਹੁਣ ਆਪਾਂ ਨੇ ਟੋਟਲ ਦਾ 2/3 ਫਾਈਂਡ ਕਰਨਾ ਹੈ। ਜਦੋਂ ਇਹਨੂੰ ਸੋਲਵ ਕਰਾਂਗੇ ਆਪਣੇ ਕੋਲ ਆ ਜਾਊਗਾ 40 यूनिट्स।
ਹੁਣ ਆਪਾਂ ਨੇ ਸਿਰਫ 40 यूनिट ਕੰਮ ਕਰਵਾਉਣੇ। ਕਿਸ ਤੋਂ ਕਰਵਾਉਣਾ? A ਤੇ B ਦੋਨਾਂ ਤੋਂ ਇਕੱਠੇ ਕੰਮ ਕਰਵਾਉਣੇ। A ਇੱਕ ਦਿਨ 'ਚ 2 ਕੰਮ ਕਰ ਰਿਹਾ, B ਇੱਕ ਦਿਨ 'ਚ 3 ਕੰਮ ਕਰ ਰਿਹਾ। ਦੋਨੋਂ ਮਿਲ ਕੇ ਇੱਕ ਦਿਨ 'ਚ ਕਿੰਨਾ ਕੰਮ ਕਰ ਰਹੇ ਨੇ? A plus B ਦੋਨੋਂ ਇੱਕ ਦਿਨ 'ਚ ਮਿਲ ਕੇ ਕੰਮ ਕਰ ਰਹੇ ਨੇ 5। ਇੱਕ ਦਿਨ 'ਚ 5 ਕੰਮ ਕਰ ਰਹੇ ਨੇ, 2 ਦਿਨ 'ਚ 10 ਕਰ ਦੇਣਗੇ, 3 ਦਿਨ 'ਚ 15 ਕਰ ਦੇਣਗੇ। ਐਵੇਂ ਹੀ ਆਪਾਂ ਫਾਈਂਡ ਕਰਨਾ ਕਿ 40 ਕੰਮ ਕਿੰਨੇ ਦਿਨਾਂ 'ਚ ਹੋਣਗੇ। ਜੇ ਆਪਾਂ 40 ਨੂੰ 5 ਨਾਲ ਡਿਵਾਈਡ ਕਰ ਦਾਂਗੇ ਆਪਣੇ ਕੋਲ ਟੋਟਲ ਟਾਈਮ ਆ ਜਾਊਗਾ 8। ਆਪਣਾ ਆਂਸਰ ਹੋ ਜਾਊਗਾ ਆਪਸ਼ਨ ਨੰਬਰ 4 8 ਡੇਜ਼। ਵੀਡੀਓ ਦੁਬਾਰਾ ਦੇਖਿਓ ਜੇ ਨਹੀਂ ਸਮਝ ਆਇਆ। नेक्स्ट क्वेश्चन है द डायगोनल ऑफ ए स्क्वायर इज 8√2। इट्स एरिया इज इक्वल टू एरिया ऑफ ए रेक्टेंगल whose sides are in the ratio of 4:1। what is the perimeter of rectangle? अपने को दो फिगर गिवन ने। फर्स्ट गिवन है स्क्वायर दी सारियां साइड्स इक्वल होंगे ने। ए अज्यूम कर ले मैंने ए, ਇਹਦਾ कुछ एरिया होगा। वो एरिया किहदे इक्वल है? रेक्टेंगल दे एरिया दे। रैक्टेंगल दी साइड्स गिवन ने 4:1 च ने। जे यह वैल्यू 4x है तो ये वैल्यू हो जाएगी x। ਆਪਾਂ ने फाइंड करना है पैरीमीटर रैक्टेंगल का। ਹੁਣ ਇਹਦਾ डायगोनल गिवन है ਆਪਾਂ स्क्वायर का 8√2। ਜਿਹੜਾ डायगोनल ਦਾ ਆਪਣੇ ਕੋਲ ਫਾਰਮੂਲਾ ਹੁੰਦਾ ਉਹ ਹੁੰਦਾ a√2 ਤੇ ਏਰੀਆ ਹੁੰਦਾ ਸਕੁਅਰ ਦਾ ਆਪਣੇ ਕੋਲ a ਸਕੁਅਰ। ਰੈਕਟੈਂਗਲ ਦਾ ਏਰੀਆ ਹੁੰਦਾ ਆਪਣਾ ਲੈਂਥ ਇਨਟੂ ਬ੍ਰੈਡਥ। सब तो पहले आप एरिया फाइंड करने की कोशिश करेंगे। एरिया फाइंड करने वास्ते अपन ए चाहिए है। ए कितों आऊगी? डायगोनल तो। a√2 की वैल्यू अपन गिवन है 8√2। √2 अपना √2 नाल कैंसल हो जाऊगा। अपने को ए की वैल्यू आ जाएगी 8। ए की वैल्यू 8 है तो अपने को ए स्क्वायर की वैल्यू हो जाएगी 64। जे ਇਹਦਾ एरिया 64 है तो ਇਹਦਾ एरिया भी 64 होगा। एरिया का फॉर्मूला की है थी L इंटू बी। 4x इंटू x इज इक्वल टू 64। 4x स्क्वायर इज इक्वल टू 64। जो इन्हें सोल्व करोगे तो x की वैल्यू आ जाएगी 4। आप फाइंड करना पैरीमीटर। पैरीमीटर का की फॉर्मूला होंगे जी? पैरीमीटर का फॉर्मूला होंगे 2 लेंथ प्लस ब्रेडथ। इतों ही अपने को लेंथ की वैल्यू आ जाएगी। x की वैल्यू 4 है तो 4x की वैल्यू हो जाएगी 16। इतने x की वैल्यू 4 है तो इतने अपने को आ जाएगी 4। लेंथ की वैल्यू आ गई अपने को 16, ब्रेडथ की वैल्यू आ गई 4। 16 तो 4 हो जाएंगे 20। 20 2 नाल मल्टीप्लाई करेंगे अपने को पैरीमीटर आ जाएगा 40। आंसर हो जाएगा ऑप्शन 3 40। आई होप सबको समझ आया होगा। इस तो बाद सॉल्व करते हैं जी आप क्वेश्चन नंबर 13। ए इज 40% मोर एफिशिएंट देन बी। ए इज 40% मोर एफिशिएंट देन बी। अपने को 40% की फ्रैक्शन वैल्यू होंगी है 2/5। मतलब जे बी की एफिशिएंसी 5 है तो अपने को ए की एफिशिएंसी हो जाएगी 7। B alone can complete a work in 28 days। B एक दिन च 5 काम कर रहा है तो 28 दिन च कितने काम कर दूगा? 140। A alone can complete 40% of the same work। ਇਹਦਾ ਆਪਾਂ ਨੇ 40% ਕੰਮ ਕਰਵਾਉਣਾ। सिर्फ 140 ਦਾ 40% ਹੋ ਜਾਊਗਾ 56 यूनिट्स। ਇਹ 56 यूनिट्स ਕੰਮ किस ਤੋਂ ਕਰਵਾਉਣਾ ਆਪਾਂ ਨੇ? A ਤੋਂ। A ਇੱਕ ਦਿਨ ਚ 7 यूनिट ਕੰਮ कर रहे तो 56 यूनिट्स कंप्लीट करने लिए कितना टाइम लगेगा? 56/7। आंसर आ जाऊगा अपने को 8। अगेन इजी जो क्वेश्चन सीगा। आई होप समझ आया होगा। इस तो बाद सोल्व करते हैं जी आप क्वेश्चन नंबर 14। द प्राइस ऑफ एन आइटम इज इनक्रीज बाय 25%। पहला इनक्रीज हो गया जी 25% का। 25% की फ्रैक्शन वैल्यू होगी 1/4। दूसरा फिर इंक्रीज हो गया 35%। 35% की फ्रैक्शन वैल्यू है जी 7/20। तीसरा डिक्रीज बाय 60%। 60% की फ्रैक्शन वैल्यू होंगी है 3/5। पहला इंक्रीज होया 4 +1 हो जाऊगा अपने को आ जाऊगा 5। दूसरा भी इंक्रीज होया 20 +7 हो जाऊगा 27। तीसरा अपना डिक्रीज होया -3। इधर आ जाओ अपने को 2। इन्हें अपनी ओरिजिनल वैल्यूज, इन्हें अपनी न्यू वैल्यूज। अपने फाइंड करना कितना परसेंटेज इनक्रीज या डिक्रीज आया होगा। 20 की 4 नाल मल्टीप्लाई करेंगे 80। 80 की 5 नाल मल्टीप्लाई करेंगे 400। 27 की 5 नाल मल्टीप्लाई करेंगे 135। 135 दोनों मल्टीप्लाई करेंगे 270। किसी चीज़ का रेट सीगा पहला 400। 400 तो घट के हो गया 270। किन्ने का डिक्रीज आ गया? अपने को डिक्रीज आ गया 130 रुपये का। 130 रुपये का डिक्रीज आया 400 के उपर। अपने फाइंड करने कि यह किन्ने % होगा। 2 0 नाल 2 0 कैंसल हो जाएंगे। जो सोल्व करांगे थोड़े को आ जाऊगा
32.5% डिक्रीज। आंसर हो जाऊगा अपना ऑप्शन नंबर ए। ईजी है क्वेश्चन सी। इस तो बाद सोल्व करते हैं जी इस वीडियो का लास्ट क्वेश्चन। A man borrowed a certain sum and agrees to repay it by paying dash at the end of first year and dash at the end of second year. If the rate of interest is 10% per annum compounded yearly, then the sum is। ਹੁਣ ਇੱਕ ਬੰਦੇ ਨੇ ਦੂਸਰੇ ਬੰਦੇ ਤੋਂ ਕੁਝ ਪੈਸੇ ਉਧਾਰ ਲਏ, ਆਪਾਂ ਐਜ਼ਿਊਮ ਕਰ ਲਏ ਕਿ ਕੁਝ ਪ੍ਰਿੰਸੀਪਲ ਉਧਾਰ ਲਿਆ, ਤੇ ਪਹਿਲੇ ਸਾਲ ਬਾਅਦ ਉਸ ਬੰਦੇ ਨੇ 4560 ਰੁਪਏ ਵਾਪਸ ਕਰਤੇ, दूसरे साल बचे हुए सारे पैसे यानी कि 6600 रुपये वापस करते ਤੇ ਆਪਣਾ ਸਾਰਾ ਕਰਜ਼ ਉਤਾਰਤਾ। ਇਹ ਬੰਦਾ ਇਮਾਨਦਾਰ ਸੀਗਾ, ਤੁਹਾਡੀ ਤਰ੍ਹਾਂ ਨਹੀਂ ਸੀਗਾ, ਜਸਟ ਕਿਡਿੰਗ। ਤੇ ਪਹਿਲਾ ਬੰਦਾ ਵੀ ਥੋੜਾ ਸਕੀਮ ਲੱਗ ਗਿਆ, ਕਹਿੰਦਾ ਮੈਂ ਪੈਸੇ ਤਾਂ ਦੇ ਦੇਣਾ ਕੋਈ ਗੱਲ ਨਹੀਂ, ਪਰ 10% ਵਿਆਜ ਵੀ ਲਊਂਗਾ। 10% ਹੋਗੀ ਰੇਟ ਆਫ ਇੰਟਰਸਟ, 10% ਦੀ ਫ੍ਰੈਕਸ਼ਨ ਵੈਲਿਊ ਹੋਊਗੀ 1/10। ਮਤਲਬ ਜਿਹੜਾ ਪਹਿਲੇ ਸਾਲ ਅਮਾਊਂਟ ਬਣ ਜਾਊਗਾ ਪ੍ਰਿੰਸੀਪਲ ਤੋਂ, ਉਹ ਅਮਾਊਂਟ 11/10 ਹੋਊਗਾ, ਜਿੰਨਾ ਵੀ ਪ੍ਰਿੰਸੀਪਲ ਹੋਊਗਾ ਵਿਆਜ ਐਡ ਹੋਣ ਤੋਂ ਬਾਅਦ। ਹੁਣ ਪਹਿਲੇ ਸਾਲ ਅਮਾਊਂਟ ਕਿੰਨਾ ਬਣ ਗਿਆ ਆਪਣਾ 11/10 ਪ੍ਰਿੰਸੀਪਲ ਦਾ, ਇਹ ਚੋਂ ਇਸ ਬੰਦੇ ਨੇ 4560 ਰੁਪਏ ਵਾਪਸ ਕਰਤੇ, ਤਾਂ ਦੂਸਰੇ ਸਾਲ ਜਿਹੜਾ ਵਿਆਜ ਲੱਗੂਗਾ ਇਹਦੇ ਉੱਪਰ ਲੱਗੂਗਾ, ਇਸ ਸਾਰੇ ਅਮਾਊਂਟ ਦੇ ਉੱਪਰ ਲੱਗੂਗਾ। ਇਹ ਕਿੰਨਾ ਹੋ ਜਾਊਗਾ 11/10 ਹੋ ਜਾਊਗਾ, ਜਿੰਨਾ ਵੀ ਪ੍ਰਿੰਸੀਪਲ ਸੀਗਾ, ਪ੍ਰਿੰਸੀਪਲ ਇਹ ਆਪਣਾ ਇਹੀ ਸੀਗਾ, ਤੇ ਸਾਰੇ ਪੈਸੇ ਉਹਨੇ ਵਾਪਸ ਕਰਤੇ। ਸਾਰੇ ਪੈਸੇ ਕਿੰਨੇ ਨੇ 6600 ਰੁਪਏ। ਹੁਣ ਬਸ ਆਪਾਂ ਇਸ ਇਕੁਏਸ਼ਨ ਨੂੰ ਸੋਲਵ ਕਰਨਾ, ਸੋਲਵ ਕਰਨ ਤੋਂ ਬਾਅਦ ਆਪਣਾ ਆਨਸਰ ਆ ਜਾਊਗਾ। ਸੋਲਵ ਕਰ ਲੈਂਦੇ ਹਾਂ। ਇੱਥੇ ਪਹਿਲਾਂ ਐਲਸੀਐਮ ਲੈ ਲਾਂਗੇ। 11p ਮਾਈਨਸ 45600 ਡਿਵਾਈਡਡ ਬਾਈ 10 ਮਲਟੀਪਲਾਈ 11 ਨੂੰ 6600 ਨੂੰ ਕੈਂਸਲ ਕਰੂਗਾ 600 ਨਾਲ, यही 10 उधर जाके मल्टीप्लाई हो जाएगा इक्वल टू 6000। यही 10 उधर जाके दोबारा मल्टीप्लाई हो जाएगा। 11p माइनस 45600 इज इक्वल टू 60000। हूँ ये नंबर 45600 माइनस है, उधर जाके भी प्लस हो जाएगा। 11p इज इक्वल टू 00645 प्लस 60 हो जाएगा जी अपने को 105। सोल्व कर दें, 11 नाल डिवाइड कर दें, 99,666,600। जो तुसी इस कैलकुलेशन में सोल्व करोगे आंसर आ जाऊगा 9600। यही हो जाऊगा अपना आंसर। क्वेश्चन कुछ भी नहीं सीगा, थोड़ा जिहा दिमाग ला के इक्वेशन बनानी सी। इक्वेशन सोल्व करने तो बाद हल्की जी कैलकुलेशन करोगे आंसर आ जाऊगा। आई होप सब नूं समझ आया होगा, तो नहीं समझ आया प्लीज़ इनू भी तुसी दोबारा देखियो। ਇਹ ਆਪਣੀ ਸੀਰੀਜ਼ ਦੀ ਪਹਿਲੀ ਵੀਡੀਓ ਸੀਗੀ ਮੇਰੇ ਇਸ ਚੈਨਲ ਦੇ ਉੱਪਰ, ਮੇਰੀ ਵੀ ਇਹ ਪਹਿਲੀ ਵੀਡੀਓ ਸੀ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਕਰੋ, ਕਮੈਂਟ ਕਰੋ, ਜਿਹਦੇ ਨਾਲ ਮੈਨੂੰ ਮੋਟੀਵੇਸ਼ਨ ਮਿਲੂਗੀ। ਤਾਂ ਆਪਾਂ ਜਲਦੀ ਮਿਲਦੇ ਹਾਂ ਅਗਲੀ ਵੀਡੀਓ 'ਚ। ਥੈਂਕ ਯੂ ਵੈਰੀ ਮਚ। ਹੈਵ ਅ ਨਾਈਸ ਡੇ।